अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि अक्सर औकात खावंद अपनी बीवियों को गैरत के नाम पे कत्ल कर देते हैं, लेकिन आज के प्रोग्राम में कहानी कुछ मुनफरिद है कि आशना की मदद से खावंद अपनी बीवी को कत्ल करवाता है। वाक़या है क्या, सब कुछ दिखाते हैं आज के इस प्रोग्राम में। बीवी को कत्ल करने वाला शोहर तो अक्सर मंजर आम पर आता ही रहता है, लेकिन इस कहानी में कुछ मुख्तलिफ है कि जो शोहर है वो कातिल भी है और मदद किसकी लेता है, अपनी बीवी के आशना की। बीवी के आशना के साथ मिलके ही अपनी बीवी को कत्ल करता है। किस तरह से कत्ल की वारदात करते हैं, कोट लखपत इन्वेस्टिगेशन पुलिस ने मुल्ज़मान को गिरफ़्तार कर लिया है। कैसे वारदात हुई, इन्वेस्टिगेशन में क्या चीज़ें सामने आई, सबसे पहले आपको मुल्ज़मों से मिलवाते हैं। हाँ भी, क्या नाम है तुम्हारा? लियाकत सर। लियाकत कितने का रहने वाला है? सर ਜ਼ਿਲ੍ਹਾ ਮੁਜ਼ੱਫਰਗੜ੍ਹ मुजफ्फरगढ़ ਦਾ ਤੇ ਇੱਥੇ ਕਿੱਥੇ ਰਹਿਣਾ ਸੀ? ਇੱਥੇ ਦਰਸ ਵਾਲੀ ਪੁਲੀ ਬਖੀਅਤੁੱਲਾ ਰੋਡ ਤੇ। ਅੱਛਾ, ਇਹ ਕੋਟ ਲਖਪਤ ਦਾ ਇਲਾਕਾ? ਜੀ ਜੀ। ਤੇ ਕੀ ਕੰਮ ਕਰਨਾ ਹੈ? ਪਲਾਸਟਿਕ ਦਾ ਸਰ, ਬੋਤਲਾਂ ਵਗੈਰਾ ਬਣਦੀਆਂ ਨੇ ਪਲਾਸਟਿਕ ਪਲਾਸਟਿਕ ਦੀਆਂ ਬੋਤਲਾਂ ਬਣਾਉਣਾ ਹੈ ਜੀ ਜੀ। ਕਿ ਕਾਰੀਗਰ ਨੇ ਪਲਾਸਟਿਕ ਦੀ ਬੋਤਲਾਂ ਬਣਾਉਣ ਦਾ? ਕਾਰੀਗਰੀਆਂ ਮਕਸਦ ਤੋਂ ਮਸ਼ੀਨ ਤੇ ਕਿਸੇ ਕੋ ਕੰਮ ਕਰਨਾ? ਜੀ, ਕਿਸੇ ਕੋਲ ਕੰਮ, ਮਜ਼ਦੂਰੀ। ਕਿੰਨੇ ਬੱਚੇ ਨੇ? 4 बच्चे ने सर। कितने बेटे थे, कितनी बेटियां? सर 3 बेटियां बड़ी और छोटा बेटा एक 9 साल का। अच्छा, 9 साल का छोटा बेटा है। जी। तो कितना अरसा पहले शादी हुई सी? तकरीबन 18 साल जी। 18 साल पहले शादी हुई सी? जी जी। ਤੇ ਜਿਹਦੇ ਨਾਲ ਸ਼ਾਦੀ ਹੋਈ ਸੀ जी। ਤੇਰੀ ਰਿਸ਼ਤੇਦਾਰ ਸੀ? नहीं सर, रिश्तेदार नहीं सर। ਰਿਸ਼ਤਾ ਕਿਸੇ ਨੇ ਕਰਵਾਇਆ ਸੀ? जी, किसी ने ਕਿੰਨੇ करवाया। ਕਰਵਾਇਆ ਸੀ? ਬੈਨੋਈ ਨੇ। ਬੇਨੋਈ ਨੇ ਕਰਵਾਇਆ ਸੀ। ਬੇਨੋਈ ਦੀ ਰਿਸ਼ਤੇਦਾਰ ਸੀ? ਜੀ, ਉਹਨਾਂ ਦੇ ਕੋਈ ਅਜ਼ੀਜ਼ਦਾਰੀ ਹੈ ਸੀ। ਹੈ? ਜੀ, ਉਹਨਾਂ ਦੀ ਅਜ਼ੀਜ਼ਦਾਰੀ ਹੈ ਸੀ। ਉਹਨਾਂ ਦੀ ਰਿਸ਼ਤੇਦਾਰੀ ਸੀ। ਜੀ। ਜ਼ਿੰਦਗੀ ਕੈਸੀ ਗੁਜ਼ਰ ਰਹੀ ਸੀ? ठीक गुजर रही थी सर। ਖੁਸ਼ੋ ਖੁਰਮ ਜ਼ਿੰਦਗੀ ਗੁਜ਼ਰ ਰਹੀ ਸੀ? जी बिल्कुल अच्छी गुजर रही थी। ਤੇ ਫਿਰ ਕੀ ਹੋਇਆ? ਬਸ ਸਰ, ਉਸ ਤੋਂ ਪਹਿਲੇ ਤੇ ਕੁਝ ਐਸਾ ਮਾਮਲਾ ਤਾਂ ਬਣੇ ਨਹੀਂ, ਨਾ ਕੋਈ ਕੁਝ ਪਤਾ ਸੀ ਮੈਨੂੰ ਇਹਨਾਂ ਹਾਲਾਤਾਂ ਦਾ ਜਾਂ ਨਾ ਮਸਲੇ ਮਸਾਲਾਂ ਦਾ। ਠੀਕ ਹੈ। ਮੈਂ ਤੇ ਅਚਾਨਕ ਉਸ ਦਿਨ ਰਾਤ ਸਰ ਜੀ, ਮੇਰੇ ਅੱਜ ਤੱਕ ਬੀਵੀ ਨਾਲ ਇਸ ਮਾਮਲੇ ਦੇ ਵਿੱਚ ਕਦੀ ਮੈਂ ਉਹਨਾਂ ਨੂੰ ਨਾ ਡਾਂਟਿਆ ਸੀ, ਨਾ ਮੈਨੂੰ ਕੋਈ ਪਤਾ ਚੱਲਿਆ ਜੀ। 4 ਬੱਚੇ ਹੋਏ। ਜੀ ਜੀ। ਕਮਾਨਾ ਵੀ ਸੈਂ, ਨਸ਼ਾ ਜੀ। ਕਰਨਾ ਕੋਈ? ਨਹੀਂ ਸਰ, ਸਾਦਾ ਨਸ਼ਾ ਵੀ ਕੋਈ ਨਹੀਂ ਕਰਨਾ। बीवी ने अपनी कार दुकान खोली हुई सी? जी, दुकान बनाई सी। तेरी मदद भी करती सी? जी बिल्कुल चलाते सी। तेरी हमसफर तेरा हाथ भी बटा रही जी बिल्कुल बटा रहा सी। आमदन दा जरिया भी बनी हुई सी? जी जी। तेरे नाल कदी कोई गिला शिकवा, कदी कोई लड़ाई, कोई तैनू ਉਹਦੇ ਕੋਲੋਂ कुछ शिकायत ऐसी? नहीं सर, ऐसी कोई नहीं थी, कुछ भी ऐसा नहीं सी। ਤੇ ਕੀ ਐਸਾ ਹੋਇਆ ਕਿ ਅਚਾਨਕ ਸਰ ਰਾਤ ਨੂੰ ਕੀ ਹੋਇਆ ਸੀ? ਸਰ ਅਚਾਨਕ ਰਾਤ ਨੂੰ ਮੈਂ ਉੱਠਿਆ, ਮੈਨੂੰ ਉਸ ਤੋਂ ਪਹਿਲੇ ਕੁਝ ਮਾਲੂਮ ਨਹੀਂ ਸੀ, ਕੁਝ ਪਤਾ ਨਹੀਂ ਸੀ ਕਿ ਮੈਂ ਮਕਾਨ ਨਇਆ ਹੀ ਚੇਂਜ ਕੀਤਾ ਸੀ ਉਹ ਵਾਲਾ। ਅੱਛਾ, ਮਕਾਨ ਆਪਣਾ ਸੀ? ਨਹੀਂ, ਕਿਰਾਏ ਤੇ ਰੈਂਟ ਸੀ? ਦਾ ਮਕਾਨ ਸੀ। ਅੱਛਾ। ਪਹਿਲੇ ਵਾਲਾ ਸੇਲ ਹੋ ਗਿਆ ਤੇ ਤੂੰ ਉਹਨਾਂ ਰਾਤ ਨੂੰ ਨੂੰ ਖਾਲੀ ਕਰਵਾ ਲਿਆ। ਸੁੱਤਾ ਸੈਂ, ਉੱਠਿਆ? ਜੀ ਤੇ ਉੱਠਿਆ। ਕੀ ਦੇਖਿਆ? ਕਿਸ ਪਾਸੇ ਉੱਠਿਆ ਸੈਂ? ਸਰ ਉੱਠਿਆ ਵਾਸ਼ਰੂਮ ਜਾਣ ਵਾਸਤੇ, ਲੇਕਿਨ ਠੀਕ ਹੈ। ਦੇਖਿਆ ਕਿ ਕਿੰਨੇ ਆਪਣੇ ਵਜੇ ਦਾ ਕਮਰੇ 'ਚ time ਸੀ ਨਹੀਂ। ਰਾਤ ਦਾ? ਅੰਦਾਜ਼ਾ ਹੀ ਹੈ ਸਰ, ਕੋਈ 3 3:30 ਦਾ ਹੋਏਗਾ। 3 3:30 ਦਾ ਟਾਈਮ ਜੀ। ਅੱਛਾ, ਫਿਰ ਤੂੰ ਕੀ ਤੇ ਕੀਤਾ? ਦੇਖਿਆ ਕਿ ਆਪਣੇ ਕਮਰੇ 'ਚ ਮੌਜੂਦ ਨਹੀਂ ਸਨ। ਕੌਣ, ਬੀਵੀ ਤੇਰੀ ਮੌਜੂਦ ਜੀ, ਨਹੀਂ ਜੀ, ਸੀ? ਜੀ। ਅੱਛਾ, ਫਿਰ ਤੇ ਮੈਂ ਤੂੰ ਤਲਾਸ਼ ਕੀਤਾ? ਜੀ, ਮੈਂ ਬੈਠਕ ਵਾਲੀ ਸਾਈਡ ਤੇ ਦੇਖਿਆ ਤਾਂ ਸਾਡਾ ਜਿਹੜਾ ਨਾ ਸੇਮ ਦਾ ਟੀਵੀ ਲਾਉਂਚ ਵਾਲਾ ਗੇਟ ਮਕਸਦ ਕਿ ਅਸੀਂ ਬੰਦ ਕਰਕੇ ਸੌਂਦੇ ਹਾਂ। ਠੀਕ ਹੈ। ਮੇਰੀ ਉਧਰ ਨਜ਼ਰ ਪਈ ਤੇ ਮੈਂ ਕਿਹਾ ਦਰਵਾਜ਼ਾ ਖੁੱਲਾ ਹੈ, ਸ਼ਾਇਦ ਮੈਂ ਟਾਈਮ ਦੀ ਵਜ੍ਹਾ ਤੋਂ ਕਿ ਮੇਰੀ ਤਬੀਅਤ ਵੀ ਕੁਝ ਅਪਸੈਟ ਸੀ। ਠੀਕ ਹੈ। ਮੈਂ ਕਿਹਾ ਹੋ ਸਕਦਾ ਦੁਕਾਨ ਤੇ ਨਾ ਚਲੇ ਗਿਆ, ਟਾਈਮ ਜ਼ਿਆਦਾ ਓਵਰ ਹੋ ਗਿਆ, ਮੈਂ ਟਾਈਮ ਤੇ ਨੋਟ ਨਹੀਂ ਕੀਤਾ। ਲੇਕਿਨ ਮੈਂ ਬੈਠਕ ਵਾਲੀ ਸਾਈਡ ਤੇ ਗਿਆ ਤਾਂ ਸਰ ਇਹਨਾਂ ਦੇ ਹਲਕੇ ਬਿਲਕੁਲ ਨਾ ਸ਼ੋਰ ਸ਼ਰਾਬਾ ਹੋ ਰਿਹਾ ਸੀ, ਇਹਨਾਂ ਦਾ ਦੋਨਾਂ ਦਾ ਸ਼ਰਾਬਾ ਹੋ ਰਿਹਾ ਸੀ? ਕੋਈ ਗੱਲਾਂ ਕਰ ਰਹੇ ਸੀ ਜੀ, ਜਿਸ ਤਰ੍ਹਾਂ ਤਲਖ ਕਲਾਮੀ ਚ ਇਨਸਾਨ ਇੱਕ ਦੂਸਰੇ ਨਾਲ ਗੱਲ ਕਰਦਾ ਹੈ। ਕੌਣ ਤਲਕ ਕਲਾਮ? ਯਾਸੀਨ ਔਰ ਮੇਰੀ ਇਹ ਯਾਸੀਨ ਹੈ? ਜੀ ਜੀ। ਤੇ ਇਹ ਯਾਸੀਨ ਕੀ ਲੱਗਦਾ ਤੇਰੇ ਘਰ ਦੇ ਵਿੱਚ ਕਿਸ ਤਰ੍ਹਾਂ ਸਰ ਰਹਿ ਰਿਹਾ? ਮੇਰਾ ਲੱਗਦਾ ਕੁਝ ਨਹੀਂ, ਇਹ ਕਿ ਮੇਰੀ ਬੀਵੀ ਨੇ ਹੀ ਇਹਨਾਂ ਨੂੰ ਬੈਠਕ ਕਿਰਾਏ ਤੇ ਦਿੱਤੀ ਸੀ। ਅੱਛਾ, ਕਿਰਾਏਦਾਰ ਸੀ ਤੇਰਾ? ਕਿਰਾਏਦਾਰ ਸੀ ਬੈਠਕ ਵਿੱਚ। ਤੇ ਇਹ ਘਰ ਦੇ ਅੰਦਰ ਵੀ ਆ ਜਾਂਦਾ ਸੀ? ਜੀ ਬਿਲਕੁਲ ਆ ਜਾਂਦਾ ਸੀ। ਅੱਛਾ, ਆ ਜਾਂਦਾ ਸੀ। ਤੇ ਇਹ ਤੈਨੂੰ ਰਾਤ ਨੂੰ ਕਿੰਨੇ ਵਜੇ ਦਾ ਟਾਈਮ ਸੀ? 1-2 ਵਜੇ ਦਾ? ਨਹੀਂ, ਅੰਦਾਜ਼ਨ ਸਰ 3 3:30 ਦਾ 3 3:30 ਦਾ ਟਾਈਮ ਸੀ। ਤੇ ਅਚਾਨਕ ਤੂੰ ਦੇਖਿਆ ਜੀ ਕਿ ਬੈਠਕ ਦੇ ਵਿੱਚ ਯਾਸੀਨ ਦੇ ਨਾਲ ਕੋਈ ਤਲਖੀ ਦੀ ਆਵਾਜ਼ਾਂ ਆ ਜੀ ਰਹੀਆਂ? ਆਵਾਜ਼ ਆ ਰਹੀਆਂ, ਲੇਕਿਨ ਜਿਸ ਟਾਈਮ ਅੰਦਰ ਦਾਖਲ ਹੋਇਆ ਸਾਲੇ, ਲੇਕਿਨ ਇਹ ਕਿ ਦੋਨੋਂ ਕਾਬਲੇ ਇਤਰਾਜ਼ ਹਾਲਤ ਵਿੱਚ ਸਨ। ਕਾਬਲੇ ਇਤਰਾਜ਼ ਹਾਲਤ ਵਿੱਚ ਕੀ ਸਨ? ਯਾਨੀ ਕਿ ਆਪਣੇ ਰੰਗ ਲਾਟਰੀਆਂ ਬਣਾ ਰਹੇ ਸੀ। ਰੰਗ ਰਲੀਆਂ ਮਨਾ ਰਹੇ ਸਨ? ਜੀ, ਜੀ। ਅੱਛਾ, ਤੂੰ ਤਾਂ ਕਹਿ ਰਿਹਾ ਆਵਾਜ਼ਾਂ ਆ ਰਹੀਆਂ ਸਨ? ਸਰ ਆਵਾਜ਼ ਇਹਨਾਂ ਦੇ ਬੋਲਣ ਦੀ ਵੀ ਆਵਾਜ਼ ਆ ਰਹੀ ਸੀ ਨਾ। ਨਹੀਂ, ਤੂੰ ਕਹਿ ਰਿਹਾ ਤਲਖੀ ਦੀ ਆਵਾਜ਼ ਆ ਜੀ ਰਹੀ? ਤਲਖੀ ਤੋਂ ਰਾਤ ਇਸ ਤਰ੍ਹਾਂ ਇੱਕ ਗੱਲ ਵੀ ਕਰ ਰਹੇ ਸੀ, ਮੈਨੂੰ ਤਾਂ ਇਹ ਸ਼ੱਕ ਪਿਆ ਕਿ ਸ਼ਾਇਦ ਕੋਈ ਸ਼ੋਰ ਸ਼ਰਾਬਾ ਕਰ ਰਹੇ ਨੇ, ਹਲਕੀ ਹਲਕੀ ਜਿਸ ਤਰ੍ਹਾਂ ਕੰਨਾਂ 'ਚ ਆਵਾਜ਼ ਗੂੰਜੀ ਹੈ ਤਾਂ ਮੈਂ ਉੱਥੋਂ ਇੱਧਰ ਨੂੰ ਚੱਲ ਗਿਆ ਬੈਠਾ ਗੱਲ। ਅੱਛਾ, ਠੀਕ ਹੋ ਗਿਆ। ਅੱਗੇ ਆ ਸਰ ਇਹਨਾਂ ਦੇ ਕਾਬਲੇ ਇਤਰਾਜ਼ ਹਾਲਤ ਦੇਖ ਕੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ। ਠੀਕ ਹੈ। ਮੈਨੂੰ ਦੇਖ ਕੇ ਉੱਠ ਖੜੇ ਹੋਏ ਆਪਣੀ ਬੀਵੀ ਨੂੰ ਮਾਰਤਾ? ਸਰ ਇਹ ਮੈਨੂੰ ਦੇਖ ਕੇ ਉੱਠ ਖੜੇ ਹੋਏ ਨੇ, ਮੈਂ ਪਹਿਲਾਂ ਥੱਪੜੇ ਨੂੰ ਮਾਰਿਆ। ਅੱਛਾ। ਇਹ ਚਾਰਪਾਈ ਦੂਸਰੀ ਸਾਈਡ ਤੇ ਹੋ ਗਿਆ, ਇੱਕ ਹੀ ਚਾਰਪਾਈ ਸਰ ਬੈਠਾ ਖਿੱਚ ਗਈ। ਠੀਕ ਹੈ। ਤੇ ਬੀਵੀ ਮੈਂ ਆਪਣੀ ਨੂੰ ਮੈਂ ਥੱਪੜ ਮਾਰਿਆ, ਲੇਕਿਨ ਉੱਠ ਕੇ ਮੇਰੇ ਗਲੇ ਪੈ ਗਏ। ਕੀ ਕਹਿੰਦੀ? ਮੇਰੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ, ਮੇਰਾ ਵਾਲ ਪਕੜ ਲਿਆ ਕਿ ਤੁਹਾਨੂੰ ਕੋਈ ਤਕਲੀਫ ਹੈਗੀ ਹੈ, ਤੁਸੀਂ ਦਫਾ ਹੋ ਜਾਓ, ਤਾਂ ਇਹ ਕਰ ਲਓ, ਉਹ ਕਰ ਲਓ। ਅੱਛਾ। ਹਾਂਜੀ।
ਮਤਲਬ ਬਹਾਦਰ ਹੋਈ ਹੈ ਜੀ ਇਹ ਡਰ ਗਿਆ ਉਹ ਬਹਾਦਰ ਬਣ ਗਈ ਜੀ। ਅੱਛਾ ਲੇਕਿਨ ਫਿਰ? ਇਹ ਕਿ ਮੈਨੂੰ ਜਿਸ ਟਾਈਮ ਉਹਨਾਂ ਮੇਰੇ ਬਾਲ ਪਕੜ ਕੇ ਤੇ ਉੱਥੇ 4 ਵਜੇ ਤੇ ਬੈਠ ਹੀ ਗਏ ਨਾ, ਮੈਂ ਵੀ ਥੱਲੇ ਬੈਠ ਗਿਆ। ਉਹਨਾਂ ਨੂੰ ਪਤਾ ਸੀ ਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਅਪਸੈਟ ਸੀ। ਰਾਤੀ ਮੈਡੀਸਿਨ ਵੀ ਮੈਨੂੰ ਉਹਨਾਂ ਨੇ ਦਿੱਤੀ ਹੈ। ਅੱਛਾ, ਅੱਛਾ। ਖਲਾਇਆ ਨੇ ਚਾਹ ਬਣਾ ਕੇ ਦਿੱਤੀ ਨੇ। ਮੈਂ ਕੀ ਖਾ ਹੋਇਆ ਕੇ ਸੀ ਲਿਆ। ਤਬੀਅਤ ਨੂੰ ਕੋਈ ਬਿਮਾਰੀ ਬੁਖਾਰ 2-3 ਦਿਨ ਤੋਂ ਵੈਸੇ ਮੈਂ ਕੰਮ ਕਰ ਰਿਹਾ ਸੀ, ਸ਼ਾਇਦ ਥਕਾਵਟ ਦੀ ਵਜ੍ਹਾ ਤੋਂ ਹੋ ਗਿਆ। ਅੱਛਾ ਅੱਛਾ ਤੇ ਅੱਛਾ, ਉਹਦੇ ਫਿਰ ਕੀ ਬਾਵਜੂਦ ਸਰ ਮੈਂ ਉਹਨੂੰ ਥੱਪੜ ਮਾਰਿਆ, ਲੇਕਿਨ ਉਹਨੇ ਮੇਰੇ ਐਸੇ ਬਾਲ ਜਕੜ ਕੇ ਪਕੜੇ, ਛੋੜਨ ਦਾ ਨਾਮ ਨਹੀਂ ਸੀ ਲੈ ਰਹੀ। ਅੱਛਾ ਤੇ ਜੀ ਮੈਂ ਇਹਨੂੰ ਆਵਾਜ਼ ਦਿੱਤੀ, ਮੈਂ ਆਖਿਆ ਪੁਲਿਸ ਨੂੰ ਇਨਵੋਲਵ ਕਰਨਾ। ਹੁਣ ਮੈਂ ਪੁਲਿਸ ਨਾਲ ਗੱਲ ਕਰਾਂਗਾ, ਪੁਲਿਸ ਨੂੰ ਕਾਲ ਕਰਨਾ। ਮੈਂ ਆਖਿਆ ਮੈਂ ਇਨਵੋਲਵ ਕਰਨਾ ਤੇ ਫਿਰ ਮੈਂ ਕਿਹਾ ਤੁਹਾਡਾ ਜੋ ਵੀ ਹੋਏਗਾ ਦੇਖ ਲੈਣੇ ਠੀਕ ਹੈ ਕਰਨਾ। ਲੇਕਿਨ ਉਹਨੇ ਮੇਰਾ ਬਾਲ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਫਿਰ ਇਹ ਵੀ ਖਦਸ਼ਾ ਮਹਿਸੂਸ ਹੋਇਆ ਕਿ ਹੋ ਸਕਦਾ ਹੈ ਕਿ ਇਹ ਇਹਨਾਂ ਦਾ ਤਾਂ ਆਪਸ ਵਿੱਚ ਮਰਾਸਮ ਅੱਜ ਨਜ਼ਰ ਆ ਰਿਹਾ ਨਾ ਮੈਨੂੰ। ਉਸ ਤੋਂ ਪਹਿਲੇ ਤੇ ਸਰ ਮੈਨੂੰ ਇਲਮ ਹੀ ਕੋਈ ਨਹੀਂ ਸੀ ਕਿਸੇ ਗੱਲ ਦਾ। ਠੀਕ ਹੈ ਤੇ ਹੋ ਸਕਦਾ ਦੋਨੋਂ ਮਿਲ ਕੇ ਕਿਤੇ ਮੈਨੂੰ ਨਾ ਮਾਰ ਦੇਣ। ਠੀਕ ਹੈ ਮੈਂ ਇਹਨੂੰ ਯਾਸੀਨ ਨੂੰ ਧਮਕੀ ਦਿੱਤੀ ਹੈ ਕਿ ਮੈਂ ਪੁਲਿਸ ਨੂੰ ਬੁਲਾ ਰਿਹਾ, ਠੀਕ ਹੈ ਨਹੀਂ ਤੇ ਮੇਰੀ ਇਹਦੇ ਕੋਲੋਂ ਜਾਨ ਛੁਡਵਾ। ਠੀਕ ਹੈ ਫਿਰ ਉਹਨੇ ਕੀ ਕੀਤਾ? ਸਰ ਯਾਸੀਨ ਨੇ ਬਾਲ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਤਾਂ ਗਲਾ ਦਬਾ ਦੇ। ਇਹਨੇ ਮੇਰੇ ਬਾਲ ਛੁਡਵਾਉਣ ਦੇ ਬਾਵਜੂਦ ਇਹਨੇ ਗਲਾ ਦਬਾਇਆ। ਉਹਦਾ ਬਾਲ ਮੇਰੇ ਛੁਡਵਾ ਦਿੱਤੇ, ਉਹਦਾ ਗਲਾ ਦਬਾ ਦਿੱਤਾ। ਉਹਦਾ ਗਲਾ ਦਬਾ ਦਿੱਤਾ ਜੀ। ਅੱਛਾ ਗਲਾ ਦਬਾ ਕੇ ਤੇ ਫਿਰ ਉਹ ਕੀ ਹੋਇਆ, ਮਰ ਗਈ? ਜੀ ਮਰ ਗਏ। ਅੱਛਾ ਫਿਰ ਉਹਦੇ ਬਾਅਦ ਕੀ ਹੋਇਆ? ਉਹਦੇ ਬਾਅਦ ਸਰ ਮੈਂ ਤੇ ਫਿਰ ਆਪਣੇ ਜਾ ਕੇ ਬੈੱਡ ਤੇ ਬੈਠ ਗਿਆ ਵਾਂ। ਅੱਛਾ ਜਿਸ ਤਰ੍ਹਾਂ ਮੇਰੇ ਬੱਚੇ ਮੇਰੇ ਕੋਲ ਲੇਟੇ ਹੋਏ ਸੀ, ਦੋ ਬੇਟੀਆਂ। ਅੱਛਾ ਲੇਕਿਨ ਬੈਠਾ ਰਿਹਾ ਸੋਚਦਾ ਰਿਹਾ, ਨੀਂਦ ਤੇ ਨਹੀਂ ਨਾ ਆਉਂਦੀ ਹੈ ਕਿ ਇੰਨੀ ਪਰੇਸ਼ਾਨੀ ਹੈ ਇਸ ਮਾਮਲਾਤ ਦੇ ਵਿੱਚ। ਬੈਠਾ ਰਿਹਾ ਯਾਸੀਨ ਤੋਂ ਉਸ ਟਾਈਮ ਫਿਰ ਇਹ ਨਿਕਲ ਗਿਆ। ਠੀਕ ਹੈ ਜੀ ਮੈਂ ਬੈਠਾ ਰਿਹਾ ਉੱਥੇ। ਬੈਠਣ ਦੇ ਬਾਵਜੂਦ ਫਿਰ ਬੇਟੀ ਮੇਰੀ ਨੇ ਮੈਨੂੰ ਆਵਾਜ਼ ਦਿੱਤੀ ਹੈ, ਬਸ ਇਸ ਤਰ੍ਹਾਂ ਲੇਟੇ ਹੋਇਆ ਸਾਂ ਮੈਂ। ਬੇਟੀ ਨੇ ਆਵਾਜ਼ ਦਿੱਤੀ ਪਾਪਾ ਜੀ ਹੁਣ ਮਮਾ ਇੱਥੇ ਠਹਿਰ ਜਾ, ਹੁਣ ਅਗਲੀ ਗੱਲ ਤੇਰੇ ਕੋਲ ਪੁੱਛਣਾ ਹੈ। ਹਾਂ ਵੀ ਯਾਸੀਨ ਜੀ ਸਰ। ਤੂੰ ਇਹਦਾ ਕਿਸ ਤਰ੍ਹਾਂ ਵਾਕਿਫ ਹੈ? ਸਰ ਮੈਂ ਦੁਕਾਨ ਤੇ ਆਉਂਦਾ ਜਾਂਦਾ ਸੀ। ਇਹਦੀ ਦੁਕਾਨ ਤੇ ਕਿ ਇਹਦੀ ਬੀਵੀ ਦੀ ਦੁਕਾਨ ਤੇ? ਇਹਦੀ ਬੀਵੀ ਦੀ ਦੁਕਾਨ ਤੇ ਸਰ। ਅੱਛਾ ਕਿੰਨੇ ਅਰਸੇ ਤੋਂ ਤੇਰੀ ਜਾਣਨ ਵਾਲੀ ਸੀ ਜਾਂ ਕਿੰਨੇ ਅਰਸੇ ਤੋਂ ਆਣਾ ਜਾਣਾ ਸੀ? 4 ਮਹੀਨੇ ਸਰ। 4 ਮਹੀਨੇ ਤੋਂ ਤੇਰੀ ਉਹਦੇ ਨਾਲ ਦੋਸਤੀ ਹੋ ਗਈ? ਜੀ ਸਰ। ਕਿਸ ਤਰ੍ਹਾਂ ਹੋ ਗਈ ਦੋਸਤੀ? ਉਹ ਸਰ ਮੈਂ ਕਿਉਂ? ਦੁਕਾਨ ਤੇ ਆਉਂਦਾ ਜਾਂਦਾ ਸਾਂ, ਬੋਤਲ ਵਗੈਰਾ ਲੇਜ਼ ਵਗੈਰਾ ਲੈ ਕੇ ਜਾਂਦਾ ਸਾਂ। ਉੱਥੋਂ ਮੈਂ ਗੁਜ਼ਰਦਾ ਸਾਂ, ਫਰੂਟ ਦਾ ਕੰਮ ਕਰਦਾ ਸਾਂ। ਅੱਛਾ ਤੇ ਉੱਥੋਂ ਦੀ ਮੇਰੀ ਦੁਆ ਸਲਾਮ ਹੋ ਗਈ। ਉਹਨਾਂ ਮੈਨੂੰ ਆਪਣਾ ਨੰਬਰ ਦੇ ਦਿੱਤਾ। ਅੱਛਾ ਕੀ ਕਹਿ ਕੇ ਨੰਬਰ ਦੇ ਦਿੱਤਾ ਕਿ ਕੀ ਕਰਨਾ ਹੈ, ਕਾਦੇ ਵਾਸਤੇ ਨੰਬਰ? ਉਹਨਾਂ ਚਾਕਲੇਟ ਮੈਂ ਲਈ ਤੇ ਉਹਨਾਂ ਉੱਤੇ ਨੰਬਰ ਲਿਖਿਆ ਸੀ। ਉਹਨਾਂ ਕਿ ਕਾਲ ਕਰਨਾ ਤੇ ਮੈਂ ਉਸੇ ਦਿਨ ਸ਼ਾਮੀ ਫਿਰ ਉਹਨਾਂ ਨੂੰ ਕਾਲ ਕੀਤੀ ਸੀ। ਅੱਛਾ ਫਿਰ ਕੀ ਹੋਇਆ? ਉਹਨਾਂ ਨਾਲ ਗੱਲਬਾਤ ਹੋਣ ਲੱਗ ਪਈ। ਕੀ ਅਸੀਂ ਗੱਲਾਂ ਹੁੰਦੀਆਂ ਸਨ? ਕੀ ਸ਼ੁਰੂਆਤ ਹੋਈ? ਸ਼ੁਰੂਆਤ ਸਿਰਫ ਦੋਸਤੀ ਵਗੈਰਾ ਤੋਂ ਹੋਈ ਸੀ ਸਾਡੀ। ਉਹ ਖੁਦ ਤੇਰੇ ਨਾਲ ਦੋਸਤੀ ਕਰਨਾ ਚਾਹੁੰਦੀ? ਜੀ ਜੀ। ਅੱਛਾ ਫਿਰ ਤੇਰੀ ਦੋਸਤੀ ਹੋ ਗਈ? ਹਾਂਜੀ ਅਸੀਂ ਬਾਹਰ ਅੰਦਰ ਵੀ ਜਾ ਰਹੇ ਸਾਂ। ਕਿੱਥੇ ਜਾ ਰਹੇ ਸੋ ਬਾਹਰ ਅੰਦਰ? ਮੈਂ ਬਾਹਰ ਅੰਦਰ ਰੈਸਟੋਰੈਂਟ ਤੇ ਜਾਂਦੇ ਸਾਂ ਖਾਣ ਪੀਣ ਵਾਸਤੇ ਤੇ। ਅੱਛਾ ਰੈਸਟੋਰੈਂਟ ਤੇ ਵੀ ਜਾਂਦੇ ਸੋ? ਜੀ ਸਰ। ਤੇ ਉਹਦਾ ਖਾਵੰਦ ਵੀ ਸੀ, ਉਹ 4 ਬੱਚਿਆਂ ਦੀ ਮਾਂ ਵੀ ਸੀ, ਫਿਰ ਤੇਰੇ ਨਾਲ ਦੋਸਤੀ ਕਿਉਂ ਹੋ ਗਈ? ਸਰ ਇਸ ਚੀਜ਼ ਦਾ ਪਤਾ ਨਹੀਂ ਸੀ। 4 ਬੱਚੇ ਨੇ, ਉਹਨਾਂ ਸਿਰਫ ਮੈਨੂੰ 2 ਬੱਚੇ ਦੱਸੇ ਸੀ। ਅੱਛਾ 2 ਦੱਸੇ ਸਨ ਤੈਨੂੰ ਧੋਖੇ 'ਚ ਰੱਖਿਆ ਉਹਨੇ? ਜੀ। ਤੈਨੂੰ 2 ਬੱਚੇ ਘੱਟ ਦੱਸੇ? ਜੀ ਸਰ। ਠੀਕ ਹੈ ਨਾ। ਤੇ ਫਿਰ ਤੈਨੂੰ ਉਹਦੇ ਨਾਲ ਮੁਹੱਬਤ ਹੋ ਗਈ? ਜੀ ਸਰ। ਉਹਨੂੰ ਵੀ ਹੋ ਗਈ ਤੇਰੇ ਨਾਲ ਮੁਹੱਬਤ? ਜ਼ਹਿਰੀ ਗੱਲ ਫਿਰ ਸਰ। ਅੱਗੋਂ ਕੀ ਕਰਨਾ ਚਾਹੁੰਦੇ ਸੀ? ਕੁਛ ਨਹੀਂ, ਬਸ ਸਾਡਾ ਰਿਲੇਸ਼ਨਸ਼ਿਪ ਚੱਲ ਰਿਹਾ ਸੀ ਇਕੱਠਾ। ਉਹ ਰਿਲੇਸ਼ਨਸ਼ਿਪ ਤੇ ਚੱਲ ਰਿਹਾ ਸੀ। ਜੀ। ਸੋਚਿਆ ਕੀ ਸੀ? ਕਿਤੇ ਤੇਰੇ ਨਾਲ ਉਹਨੇ ਝੂਠ ਬੋਲਿਆ? ਬੱਚੇ 4 ਨਹੀਂ ਸਨ, ਸਰ। ਦੱਸੇ ਤੈਨੂੰ ਉਹਨੇ 2। ਖਾਵੰਦ ਦਾ ਦੱਸਿਆ ਸੀ ਕਿ ਖਾਵੰਦ ਹੈਗਾ? ਜੀ ਸਰ। ਅੱਛਾ ਇਹ ਕਾਬਲੇ ਕਬੂਲ ਸੀ ਖਾਵੰਦ? ਜੀ ਸਰ। ਬੱਚੇ 4 ਕਬੂਲ ਨਹੀਂ ਸਨ? ਸਰ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈ ਸੀ। ਅੱਛਾ ਫਿਰ ਕੀ ਹੋਇਆ? ਅੰਦਰ ਬਾਹਰ ਹੋਣ ਲੱਗ ਪਏ, ਰੈਸਟੋਰੈਂਟ ਤੇ ਖਾਣੇ ਖਾਣ ਲੱਗ ਪਏ? ਜੀ। ਤੇ ਸਬਜ਼ੀ ਦਾ ਕੰਮ ਕਰਨਾ ਸੀ? ਨਹੀਂ ਫਰੂਟ ਦਾ ਸਰ। ਫਰੂਟ ਦਾ ਕੰਮ ਕਰਨਾ ਸੀ? ਜੀ ਸਰ। ਤੇ ਖਾਣਾ ਕੌਣ ਖਵਾਉਂਦਾ ਸੀ? ਉਹ ਖਵਾਉਂਦੀ ਸੀ ਜਾਂ ਤੂੰ ਖਵਾਉਂਦਾ ਸੀ? ਬਿੱਲ ਕੌਣ ਦਿੰਦਾ ਸੀ? ਮਤਲਬ ਬਿੱਲ ਸਰ ਮੈਂ ਵੀ ਦਿੰਦਾ ਸਾਂ, ਉਹ ਵੀ ਦੇ ਦਿੰਦੀ ਉਹ ਸੀ। ਵੀ ਦਿੰਦੀ ਹੋਣੀ ਨਾ ਕਿਉਂਕਿ ਉਹ ਦੁਕਾਨਦਾਰ ਸੀ। ਸਰ ਜ਼ਹਿਰੀ ਗੱਲ, ਮੈਂ ਫਰੂਟ ਦਾ ਕੰਮ ਕਰਦਾ ਸਾਂ, ਮੈਂ ਵੀ ਬਿੱਲ ਤੇਰੀ ਜ਼ਿਆਦਾ ਰੇਹੜੀ ਹੈ ਨਾ ਫਰੂਟ ਦੀ? ਸਰ ਰਸ਼ਕਾ ਸੀ। ਰਸ਼ਕਾ ਸੀ? ਜੀ। ਅੱਛਾ ਰਿਕਸ਼ੇ ਤੇ ਤੂੰ ਫਰੂਟ ਦਾ ਕੰਮ ਕਰਦਾ ਸੀ, ਠੀਕ ਹੋ ਜੀ ਗਿਆ। ਸਰ। ਅੱਛਾ ਫਿਰ ਕਿਹੜੇ ਹੋਟਲਾਂ 'ਚ ਖਾਣਾ ਖਾਦਾ? ਸਰ ਰੋਸਟ ਵਗੈਰਾ ਇੱਥੇ ਹੀ ਜ਼ਿਆਦਾਤਰ ਕਿੰਨਾ ਜਾਂਦਾ ਬਿੱਲ ਬਣਦਾ ਸੀ? ਬਿੱਲ 2500 3000 4000 ਅੱਛਾ ਤੱਕ। ਜਿਹਨੂੰ 4000 ਬਣਦਾ ਸੀ ਉਹ ਦੇ ਦਿੰਦੀ ਸੀ? ਨਹੀਂ ਸਰ ਮੈਂ ਹੀ ਜ਼ਿਆਦਾਤਰ ਬਿੱਲ ਮੈਂ ਹੀ ਦਿੰਦਾ ਤੇ ਸਾਂ। ਘਰ ਕੀ ਦੱਸ ਕੇ ਜਾਂਦੀ ਸੀ ਕਿ ਕਿੱਥੇ ਜਾ ਰਹੀ? ਕਾਰ ਮੈਂ ਦੁਕਾਨ ਦਾ ਸੌਦਾ ਵਗੈਰਾ ਲੈਣ ਗਿਆ, ਅੱਛਾ। ਕੋਈ ਚੀਜ਼ ਵਗੈਰਾ ਲੈਣ ਜਾ ਰਿਹਾ। ਅੱਛਾ ਮੁਹੱਬਤ ਵੱਧਦੀ ਗਈ, ਫਿਰ ਨੌਬਤ ਕਿੱਥੇ ਤੱਕ ਪਹੁੰਚੀ? ਸਰ ਬਸ ਇੱਕ ਦਿਨ ਅਸੀਂ ਪਕੜੇ ਗਏ ਸਾਂ। ਨਹੀਂ ਫਿਰ ਮੁਹੱਬਤ ਦੀ ਇੰਤਹਾ ਕਿੱਥੇ ਤੱਕ ਗਈ? ਮਤਲਬ ਤੂੰ ਕਿਰਾਏਦਾਰ ਕਿਵੇਂ ਬਣਿਆ ਇਹਨਾਂ ਦਾ? ਪਹਿਲੇ ਤੇ ਤੂੰ ਦੁਕਾਨ ਤੇ ਸੌਦਾ ਲੈਣ ਜਾਣਾ ਸੀ ਨਾ? ਕਿਰਾਏ ਤੇ ਸਰ ਮੈਂ ਦੁਕਾਨ ਤੇ ਜਾਂਦਾ ਸਾਂ। ਦਰਅਸਲ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਸਾਂ ਉਹਨਾਂ ਨੂੰ ਪਤਾ ਚੱਲ ਗਿਆ। ਉਹਨਾਂ ਕਿਹਾ ਤੂੰ ਚਲਾ ਜਾਏ ਤੂੰ ਸਾਡੇ ਕੋਲੋਂ। ਉਹਨਾਂ ਨੂੰ ਕੀ ਪਤਾ ਚੱਲ ਗਿਆ? ਮਸਾਂ ਇਹਦੀ ਗੱਲਬਾਤ ਹੈ ਉਧਰ। ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ? ਘਰ ਜਾਂਦੀ ਸੀ ਤੇਰੇ? ਨਹੀਂ ਕਾਰ ਨਹੀਂ ਜਾਂਦੀ ਸੀ। ਉੱਥੇ ਮੈਂ ਵੇਲੀ ਆਇਆ ਸੀ, ਉੱਥੇ ਰਹਿੰਦਾ ਸਾਂ। ਤੇ ਉਹਨਾਂ ਨੂੰ ਕਿਵੇਂ ਪਤਾ ਚੱਲਿਆ? ਉਹ ਮੁੰਡਿਆਂ ਨੇ ਦੇਖ ਲਿਆ ਸੀ ਮੈਨੂੰ। ਕਿੱਥੇ ਦੇਖ ਲਿਆ ਸੀ? ਬਾਹਰ ਰੈਸਟੋਰੈਂਟ ਤੇ। ਅੱਛਾ ਰੈਸਟੋਰੈਂਟ ਤੇ ਦੇਖ ਲਿਆ ਸੀ। ਉਹਦੀ ਵਜ੍ਹਾ ਉਹਨਾਂ ਨੂੰ ਪਤਾ ਚੱਲ ਗਿਆ ਸੀ। ਉਹਨਾਂ ਕਿਹਾ ਤੂੰ ਚਲਾ ਜਾ। ਮੈਂ ਉੱਥੇ ਜਾਣ ਲੱਗਿਆ ਤੇ ਉਹਨੇ ਮੈਨੂੰ ਕਿਹਾ ਅਸੀਂ ਮਕਾਨ ਚੇਂਜ ਕੀਤਾ, ਤੂੰ ਬੈਠ ਕਿਰਾਏ ਤੇ ਲੈ ਲੈ, ਮੈਂ ਗੱਲ ਖੁਦ ਕਰ ਲਾਂਗੀ। ਠੀਕ ਹੈ। ਤੇ ਐਵੇਂ ਉਹ ਕਹਿਣਗੇ ਅਸੀਂ ਇਹਨੂੰ ਇੱਥੋਂ ਕੱਢਿਆ ਤੇ ਇਹਨੇ ਕੰਮ ਵੀ ਨਹੀਂ ਕੀਤਾ ਇੱਥੇ ਦੁਬਾਰਾ, ਇੱਥੇ ਰਿਹਾ ਵੀ ਨਹੀਂ ਦਾ। ਅੱਛਾ ਉਹਦੀ ਵਜ੍ਹਾ ਨਾਲ ਮੈਂ ਉਹ ਬੈਠ ਕਿਰਾਏ ਤੇ ਲੈ ਆਪ ਕਿੰਨੇ ਕਿਰਾਏ ਤੇ?
4000 रुपये किराया। किराया देना सी जी सर। कि माफ़ कर देती? नहीं सर, एडवांस किराया 15 दिन सिर्फ मैं उत्थे रहा, 2 हफ्ते 15 ਰਿਹਾ। दिन रहा? जी ਤੇ सर, ਫਿਰ ਉਹ- एडवांस किराया ਉਸ ਦਿੱਤਾ। ਰਾਤ ਕੀ ਹੋਇਆ ਜਦੋਂ ਕਤਲ ਕੀਤਾ ਉਹਨੂੰ? ਉਸ ਰਾਤ ਅਸੀਂ ਪਕੜੇ ਗਏ ਸਾਂ ਉੱਤੋਂ, ਕਿਸ ਤਰ੍ਹਾਂ ਪਕੜੇ ਗਏ ਸੀ, ਕੀ ਕਰ ਰਹੇ ਸੀ? ਜਸਮਾਨੀ ਤਲਕ ਆਏ ਸਾਡੇ, ਅਸੀਂ ਕਿੰਨੇ ਅਰਸੇ ਬੈਠੇ ਤੋਂ ਸਾਂ ਜਿਸਮਾਨੀ ਤਲਕ? ਤਕਰੀਬਨ 3 ਮਾਹ ਤੋਂ। 3 ਮਾਹ ਤੁਸੀਂ ਤੇ ਪਹਿਲ- 3 ਕਿੱਥੇ ਜਾਂਦੇ 2-3 ਸੀ ਮਾਹ। ਜਿਸਮਾਨੀ ਤਲਕ ਕਾਇਮ ਕਰਨ ਵਾਸਤੇ? ਕਿੱਥੇ ਜਾਂਦੇ ਸੀ? ਫਿਲਹਾਲ ਤੇ ਇਹ ਹੋਣੀ ਸ਼ੁਰੂ ਹੋਏ ਸੀ, ਪਹਿਲੇ ਨਹੀਂ ਆਏ ਸੀ। ਪਹਿਲੇ 15 ਤਾਂ ਦਿਨ ਤੋਂ ਉਹਦੇ ਘਰ ਵਿੱਚ ਰਹਿ ਰਿਹਾ ਸੀ। ਜੀ ਜੀ ਤੇ ਤਾਲੁਕਾਤ ਤੇਰੇ ਜਿਸਮਾਨੀ ਜਿਹੜੇ ਨੇ ਉਹ 3 ਜਸਮਾਨੀ ਮਾਹ ਤੋਂ ਤਲੁਕਾਤ ਜਿਹੜੇ ਜਸਮਾਨੀ ਨੇ ਪਹਿਲੇ ਇੰਨੇ ਨਹੀਂ ਆਏ ਸੀ। ਮਸਲਨ ਹੋਟਲ ਵਗੈਰਾ ਤੇ ਖਾਣਾ ਸ਼ਾਨਾ ਹੀ ਖਾਣ ਜਾਂਦੇ ਸਾਂ, ਅੱਛਾ ਹੋਰ ਨਹੀਂ ਆਏ ਸੀ। ਅੱਛਾ। ਤੇ ਉਸ ਦਿਨ ਜਿਸ ਦਿਨ ਤੈਨੂੰ ਇਹਨੇ ਦੇਖਿਆ ਉਹਦੇ ਸ਼ੋਹਰ ਨੇ, ਜੀ ਉਸ ਦਿਨ ਪਹਿਲੀ ਦਫਾ ਜਿਸਮਾਨੀ ਤਲਕਾਤ ਨਹੀਂ ਕਾਇਮ ਸੀ, ਹੋਏ ਸਨ? ਨਹੀਂ ਜੀ। ਉਸ ਤੋਂ ਪਹਿਲੇ ਵੀ ਹੋ ਚੁੱਕੇ ਸਨ? ਜੀ ਸਰ। ਅੱਛਾ। ਤੇ ਕਿਉਂ ਤੇਰੇ ਵੱਲ ਉਹਦੀ ਇੰਨੀ ਮੁਹੱਬਤ ਕਿਉਂ ਤੇਰੇ ਨਾਲ ਹੋ ਗਈ? ਆਪਣੇ ਬੱਚਿਆਂ ਦੇ ਬਾਪ ਨੂੰ ਉਹਨੇ ਛੱਡ ਦਿੱਤਾ, ਆਪਣੇ ਬੱਚਿਆਂ ਦੇ ਬਾਪ ਨੂੰ ਉਹਨੇ ਧੋਖਾ ਦੇ ਦਿੱਤਾ, ਆਪਣੇ ਬੱਚਿਆਂ ਦੇ ਬਾਪ ਦੇ ਨਾਲ ਉਹਨੇ ਗਲਤ ਬਿਆਨੀ ਕੀਤੀ ਕਿ ਤੂੰ ਉਹਦਾ ਜਾਣਨ ਵਾਲਾ ਨਹੀਂ, ਤੈਨੂੰ ਕਿਰਾਏਦਾਰ ਰੱਖ ਲਿਆ। ਕੀ ਵਜ੍ਹਾ ਸੀ? ਕੋਈ ਨਾਰਾਜ਼ ਸੀ ਆਪਣੇ ਮੀਆਂ ਦੇ ਨਾਲ? ਨਹੀਂ ਕੀ ਸਰ। ਕਹਿੰਦੀ? ਤੂੰ ਉਹਨੂੰ ਪੁੱਛਿਆ ਨਹੀਂ ਕਿ ਨਹੀਂ ਤੂੰ ਸਰ। ਆਪਣੇ ਬੰਦੇ ਦੇ ਨਾਲ ਕਿਉਂ ਧੋਖਾ ਕਰ ਰਹੀ ਹੈ? ਨਹੀਂ ਸਰ, ਮੈਂ ਇਹ ਚੀਜ਼ ਉਹਦੇ ਕੋਲ ਨਹੀਂ ਪੁੱਛੀ। ਅੱਛਾ, ਅਗਰ ਉਹ ਐਸਾ ਨਹੀਂ ਸੀ ਫਿਰ ਤੂੰ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ? ਨਹੀਂ ਸਰ। ਹੈ? ਨਹੀਂ ਸਰ। ਸ਼ਾਦੀ ਵੀ ਨਹੀਂ ਕਰਨੀ ਸੀ? ਨਹੀਂ ਸਰ। ਤੇ ਫਿਰ ਕਿਉਂ ਇਸ ਤਰ੍ਹਾਂ ਮੁਹੱਬਤ? ਤੇ ਕਿਸ ਤਰ੍ਹਾਂ ਦੀ ਮੁਹੱਬਤ ਸੀ? ਹੈ ਗੰਦੀ ਮੁਹੱਬਤ ਸੀ, ਬੁਰੀ ਮੁਹੱਬਤ ਸੀ, ਨਹੀਂ ਸਰ। ਜਿਹਨੂੰ ਦੱਸਦੇ ਹੋਏ ਸ਼ਰਮ ਆਏ ਉਹ ਵਾਲੀ ਮੁਹੱਬਤ ਸੀ? ਨਹੀਂ ਨਹੀਂ ਸਰ, ਇਸੀ ਕੋਈ ਗੱਲ ਸ਼ਰਮ ਆ ਰਹੀ ਉਸ ਮੁਹੱਬਤ ਤੇ? ਨਹੀਂ। ਵੈਰੀ ਗੱਲ ਸਰ। ਅੱਛਾ, ਇਹਨੂੰ ਜਦੋਂ ਤੈਨੂੰ ਪਤਾ ਲੱਗਾ, ਇਹਨੂੰ ਪਤਾ ਲੱਗ ਗਿਆ, ਜੀ ਤੇਰੇ ਕਮਰੇ 'ਚ ਆ ਗਿਆ, ਹਾਂਜੀ। ਫਿਰ ਕੀ ਹੋਇਆ? ਇਹਨੇ ਕਿਸ ਤਰ੍ਹਾਂ ਤੈਨੂੰ ਕਿਹਾ ਕਿ ਕਤਲ ਕਰ ਦੇ, ਜਾਂ ਤੇਰੇ ਕੋਲੋਂ ਕਤਲ ਹੋ ਗਈ? ਤੂੰ ਆਪਣੇ ਤੇ ਇਲਜ਼ਾਮ ਲੈਣਾ ਜਾਂ ਇਹਨੇ ਤੈਨੂੰ ਕਿਹਾ? ਸਹੀ ਗੱਲ ਦੱਸ। ਸਰ ਇਹਨਾਂ ਮੈਨੂੰ ਕਿਹਾ ਸੀ ਇਹਦਾ ਗਲਾ ਦਬਾ ਦੇ। ਗਲਾ ਦਬਾ ਦੇ? ਜੀ ਸਰ। ਅੱਛਾ, ਉਹ ਆਪਣੇ ਮੀਆਂ ਨਾਲ ਲੜ ਰਹੀ ਸੀ ਜੀ ਸਰ। ਤੇ ਉਹ ਤੇਰੀ ਖਾਤਰ ਆਪਣੇ ਬੰਦੇ ਨਾਲ ਲੜ ਰਹੀ ਸੀ ਤੇ ਤੂੰ ਉਹਨੂੰ ਕਤਲ ਕਰ ਦਿੱਤਾ? ਸਰ ਮੈਂ ਪ੍ਰੈਸ਼ਰ ਵਿੱਚ ਆ ਗਿਆ ਸੀ ਨਾ, ਇਹਨੇ ਕਿਹਾ ਮੈਂ ਪੁਲਿਸ ਮੰਗਾ ਰਿਹਾ ਤੇ ਮੈਂ ਤੈਨੂੰ ਵੀ ਨਹੀਂ ਛੱਡਾਂਗਾ, ਅੱਛਾ। ਇਹਦਾ ਗਲਾ ਦਬਾ ਦੇ। ਜਦੋਂ ਮੈਂ ਗਲਾ ਦਬਾਇਆ ਉਸ ਤੋਂ ਬਾਅਦ ਇਹਨਾਂ ਮੈਨੂੰ ਭਜਾ ਦਿੱਤਾ। ਇਹਨਾਂ ਕਿਹਾ ਤੂੰ ਚਲਾ ਜਾ, ਮੈਂ ਖੁਦ ਸੰਭਾਲ ਲਾਂਗਾ। ਅੱਛਾ। ਮੈਂ ਕਿਹਾ ਠੀਕ ਹੈ। ਅੱਛਾ ਠੀਕ ਹੈ। ਫਿਰ ਆਪਣਾ ਜਿਹੜਾ ਨਾ ਤੂੰ ਇੱਥੋਂ ਨੱਸ ਗਿਆ ਜੀ ਤੇ ਸਰ। ਫੜਿਆ ਕਿਸ ਤਰ੍ਹਾਂ ਗਿਆ? ਸਰ ਉਸੇ ਦਿਨ ਸ਼ਾਮੀ ਮੈਂ ਆਪਣੇ ਆਪ ਹੀ ਆ ਕੇ ਪੇਸ਼ ਹੋ ਆਪੇ ਗਿਆ ਸੀ। ਪੇਸ਼ ਹੋ ਗਿਆ? ਬਹੁਤ ਅੱਛਾ ਆਦਮੀ ਸਾਨੂੰ ਨਹੀਂ ਆਪੇ ਸਰ। ਪੇਸ਼ ਹੋ ਗਿਆ? ਸਰ ਅੱਛਾ ਆਦਮੀ ਵਾਲੀ ਤਾਂ ਨਹੀਂ ਗੱਲ, ਜ਼ਹਿਰੀ ਗੱਲ ਹੈ। ਇਸ ਚੀਜ਼ ਦਾ ਮਹਿਸੂਸ ਹੋ ਗਿਆ ਸੀ, ਸਜ਼ਾ ਅਗਰ- ਮਿਲਣੀ ਹੀ ਮਿਲਣੀ ਹੈ। ਅੱਛਾ ਅੱਛਾ। ਪਹਿਲੇ ਨਹੀਂ ਪਤਾ ਸੀ ਮਾਰਨ ਤੋਂ ਪਹਿਲੇ, ਕਿਸੇ ਇਨਸਾਨ ਨੂੰ ਕਤਲ ਕਰਨ ਤੋਂ ਪਹਿਲੇ ਤੈਨੂੰ ਨਹੀਂ ਪਤਾ ਸੀ ਕਿ ਇਹਦੀ ਸਜ਼ਾ ਮਿਲਣੀ ਹੈ? ਬਾਅਦ 'ਚੋਂ ਖਿਆਲ ਆਇਆ? ਜੀ ਸਰ। ਬਾਅਦ 'ਚੋਂ ਖਿਆਲ ਆਇਆ। ਸ਼ਾਦੀ ਹੋਈ ਤੇਰੀ? ਨਹੀਂ ਸਰ। ਤੇ ਮਾਂ-ਬਾਪ ਹੈ ਨਾ ਸਰ, ਕਿੱਥੇ ਰਹਿੰਦੇ ਨੇ? ਪਿੱਛੇ ਹੀ ਰਹਿੰਦੇ ਨੇ ਉਕਾੜੇ। ਪਿੱਛੇ ਕਿੱਥੇ? ਉਕਾੜੇ ਜੀ। ਅੱਛਾ। ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਜੀ ਬੜਾ ਸਰ। ਵੱਡਾ ਕਾਰਨਾਮਾ ਸਰ ਅੰਜਾਮ ਦਿੱਤਾ ਜੀ ਸਰ। ਹੈ? ਜੀ ਸਰ। ਤੇ ਜਿਹੜਾ ਉਹ ਤੇਰਾ ਰਿਕਸ਼ਾ ਹੈ ਜਿਹਦੇ ਤੇ ਫਰੂਟ ਵੇਚਣਾ ਹੈ, ਉਹ ਕਿੱਥੇ ਵੇ? ਉਹ ਸਰ ਦੇ ਦਿੱਤਾ ਵਾਪਸ। ਉਹ ਕਿਰਾਏ ਤੇ ਸੀ? ਜੀ। ਕਿਰਾਏ ਤੇ ਸੀ। ਹਾਂ ਵੀ ਇਹ ਤੇ ਕੁਝ ਹੋਰ ਕਹਾਣੀ ਸੁਣਾ ਰਿਹਾ, ਝੂਠ ਬੋਲ ਰਿਹਾ। ਕੀ ਸਰ? ਉਹ ਕਹਿੰਦਾ ਹੈ ਕਿ ਤੂੰ ਉਹਨੂੰ ਕਿਹਾ ਕਿ ਇਹਨੂੰ ਮਾਰ ਦੇ ਜੀ। ਤੇ ਫਿਰ ਆਪਣਾ ਜਿਹੜਾ ਨਾ ਇੱਥੋਂ ਭੱਜ ਜਾ, ਤੇ ਤੂੰ ਕਹਿ ਰਿਹਾ ਕਿ ਇਹਨੇ ਆਪੇ ਹੀ ਮਾਰਿਆ ਸਰ ਸੀ। ਮੈਂ ਇਹੋ ਹੀ ਅਰਜ਼ ਤੂੰ ਕਰ ਝੂਠ ਨਾ ਬੋਲ, ਗੱਲ ਸਰ ਸੱਚ ਝੂਠ ਨਹੀਂ ਬੋਲ ਰਿਹਾ ਮੈਂ। ਅਰਜ਼ ਤੇ ਜਨਾਬ ਨੂੰ ਉਹੀ ਕੀਤੀ ਕਿ ਜਿਸ ਟਾਈਮ ਮੈਂ ਇਹਨਾਂ ਨੂੰ ਦੇਖਿਆ ਤੇ ਨਹੀਂ, ਉਸ ਟਾਈਮ ਮੈਨੂੰ ਇਹ ਅਲਫਾਜ਼ ਬੋਲੇ ਨੇ ਨਾ ਕਿ ਯਾਸੀਨ ਇਹਦਾ ਗਲਾ ਦਬਾ ਦੇ, ਉਸ ਤੋਂ ਬਾਅਦ ਤੇਰਾ ਵੀ ਹੱਲ ਕਰਾਂਗਾ। ਤੂੰ ਹੁਣ ਗੱਲ ਕਹਿ ਸਰ ਰਿਹਾ। ਪਹਿਲੇ ਵੀ ਇਹ ਅੱਛਾ, ਤੂੰ ਇਹਨੂੰ ਕਿਹਾ ਕਿ ਇਹਦਾ ਗਲਾ ਦਬਾ ਦੇ, ਜੀ। ਤੇ ਫਿਰ ਤੂੰ ਕੀ ਸੋਚਿਆ ਕਿ ਇਹ ਮਰ ਜਾਏਗੀ ਤੇ ਇਹਨੂੰ ਤੂੰ ਮਾਫ ਕਰ ਦੇਂਗਾ? ਨਹੀਂ ਸਰ ਮਾਫ ਤੇ ਨਹੀਂ ਕਰ ਦਿਆਂਗਾ, ਲੇਕਿਨ ਮੈਨੂੰ ਬਾਅਦ 'ਚ ਇਹ ਫਿਰ ਹੈ ਸੀ ਇਹਨੂੰ ਵੀ ਤੂੰ ਕਤਲ ਕਰਨਾ ਸੀ? ਜੀ ਜ਼ਾਹਰੀ ਬਾਤ ਹੈ ਸਰ। ਮੈਂ ਫਿਰ ਇਹਨੂੰ ਵੀ ਮੇਰਾ ਮਾਮੇ ਦਾ ਪੁੱਤਰ ਅੱਛਾ, ਤਾਂ ਹੈ ਤੈਨੂੰ ਨਹੀਂ ਸੀ, ਪਹਿਲੇ ਮੇਰਾ ਕਦੀ ਤੇ ਸ਼ੱਕ ਨਹੀਂ ਹੋਇਆ ਸੀ? ਸਰ ਕਦੀ ਇਸ ਤਰ੍ਹਾਂ ਦਾ ਮਾਮਲਾ ਹੀ ਨਹੀਂ ਸੀ ਹੋਇਆ ਇਸ ਤਰ੍ਹਾਂ ਦਾ। ਉਹ ਕਹਿ ਰਿਹਾ 3 ਮਹੀਨੇ ਤੋਂ ਉਹਦੇ ਤਾਲੁਕਾਤ ਸਰ ਜੀ ਅੱਜ ਤੱਕ ਮੈਂ ਤੇ ਇਸ ਬੰਦੇ ਨੂੰ ਸਿਰਫ ਦੇਖਿਆ ਵੀ ਉਸ ਦਿਨ ਜਿਸ ਦਿਨ ਇਹਨਾਂ ਨੂੰ ਬੈਠਕ ਕਿਰਾਏ ਤੇ ਦਿੱਤੀ ਉਹਨਾਂ ਤੇ ਮੈਨੂੰ ਉਸ ਦਿਨ ਉਹਨਾਂ ਮੁਲਾਕਾਤ ਕਰਵਾਈ ਹੈ। ਉਸ ਤੋਂ ਪਹਿਲੇ ਤੇਰੀ ਬੀਵੀ ਦੀ ਉਮਰ ਕਿੰਨੀ ਸੀ? 35 36 ਸਰ। 35 ਜਾਂ 36? 35 ਹੋਏਗੀ ਜਾਂ 36 ਹੋਏਗੀ, ਪਸੰਦ ਆ ਤੁਹਾਨੂੰ। ਤੇਰੀ ਕਿੰਨੀ ਉਮਰ ਹੈ? ਮੇਰੀ ਤਕਰੀਬਨ 44 45 ਸਰ ਇਸ ਟਾਈਮ। 44 45 ਸਾਲ। ਤੇ ਕੋਈ ਤੁਹਾਡੇ ਦਰਮਿਆਨ ਤਾਲੁਕਾਤ ਇਸ ਤਰ੍ਹਾਂ ਦੇ ਨਹੀਂ ਸਨ, ਕੋਈ ਖਰਾਬੀ ਨਹੀਂ ਸੀ, ਫਿਰ ਕੀ ਵਜ੍ਹਾ ਹੋ ਗਈ? ਸਰ ਉਸ ਤੋਂ ਪਹਿਲੇ ਤੇ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ। ਇੱਕ ਦਫਾ ਥੋੜਾ ਜਿਹਾ ਸਾਡਾ ਆਪਸ ਵਿੱਚ ਤਨਾਜ਼ਾ ਹੋਇਆ ਸੀ। ਅੱਛਾ। ਉਹ ਸਰ ਮੈਂ ਕਿੰਨਾ ਸੋਲਵ ਅਰਸਾ ਪਹਿਲੇ? 1 ਸਾਲ ਪਹਿਲੇ ਇੱਕ ਸਰ ਸਾਲ ਉਹ ਮੈਂ ਸੋਲਵ ਕਰ ਲਿਆ ਸੀ। ਉਹਨਾਂ ਨਾਲ ਲਿਜਾ ਕੇ ਉਹ ਸਾਰਾ ਵੈਰੀਫਾਈ ਕਰਾ ਦਿੱਤਾ ਸੀ ਮੈਂ ਉਹਨਾਂ ਨੂੰ, ਬਿਲਕੁਲ ਉਹ ਮੰਨ ਵੀ ਗਏ ਨੇ। ਉਸ ਤੋਂ ਬਾਅਦ ਸਾਡਾ ਕਦੀ ਉਸ ਮੌਜੂਦ ਤੇ ਗੱਲ ਬੱਚਿਆਂ ਨਹੀਂ ਦੀ ਸੀ ਕਿੰਨੀ ਹੋਈ। ਉਮਰ ਹੈ? ਬੱਚੀ ਸਰ ਬੜੀ ਬੇਟੀ ਮੇਰੀ 15 16 ਸਾਲ ਦੀ ਹੈ। 15 16 ਸਾਲ ਦੀ ਹੈ ਤੇ ਬੇਟੀ ਸਭ ਤੋਂ ਵੱਡੀ ਹੈ? ਜੀ ਜੀ। ਬਾਕੀ ਬੱਚੇ ਕਿੰਨੇ? ਬਾਕੀ 2 ਬੇਟੀਆਂ ਜਿਹੜੀਆਂ ਨੇ ਉਹ ਛੋਟੀਆਂ ਨੇ ਉਸ ਤੋਂ। ਇੱਕ 13 ਸਾਲ ਦੀ, ਇੱਕ ਉਸ ਤੋਂ ਚੱਲੇ 11 ਸਾਲ ਦੀ, ਬੇਟਾ 9 ਸਾਲ ਦਾ ਹੈ। ਉਹਨਾਂ ਨੂੰ ਪਤਾ ਲੱਗਾ ਹੋਏਗਾ ਕਿ ਤੂੰ ਉਹਨਾਂ ਦੀ ਮਾਂ ਨੂੰ ਮਾਰ ਦਿੱਤਾ? ਜੀ ਪਤਾ ਲੱਗ ਗਿਆ? ਜੀ ਸਰ। ਮਿਲਣ ਆਉਂਦੇ ਨੇ?
ਜੀ ਬੱਚੇ ਸਰ ਮਿਲਣ ਕੋਈ ਆਉਂਦੇ? ਨਹੀਂ ਸਰ ਕੋਈ ਨਹੀਂ ਆਇਆ ਕੋਈ ਨਹੀਂ ਹੁਣ ਆਇਆ। ਕਿਹਦੇ ਕੋਲ ਨੇ ਬੱਚੇ ਉਹ ਆਪਣੇ ਮਾਮੂਆਂ ਕੋਲ ਲੈਣਾ ਨੇ ਮਾਮੂਆਂ ਕੋਲ ਨੇ ਜੀ ਅੱਛਾ ਕੁਛ ਸ਼ਰਮਿੰਦਗੀ ਬਹੁਤ ਜ਼ਿਆਦਾ ਸਰ ਕੀ ਹੋਣਾ ਚਾਹੀਦਾ ਸੀ ਹੈ ਸਰ ਹੋਣਾ ਕੀ ਚਾਹੀਦਾ ਸੀ ਹੁਣ ਕਿਉਂਕਿ ਮੈਂ ਤਾਂ ਗਲਤੀ ਕੀਤੀ ਹੈ ਕਿ ਗਲਤੀ ਨਹੀਂ ਬਹੁਤ ਬੜਾ ਗਲਤ ਕਦਮ ਚੁੱਕਿਆ ਜਿਹੜੇ ਜੇ ਮਤਲਬ ਮੇਰੇ ਬੱਚੇ ਵੀ ਜਲੀਲ ਹੋ ਗਏ ਮੈਂ ਆਪਣੀ ਬੀਵੀ ਤੋਂ ਵੀ ਹੱਥੋਂ ਬੈਠਾ ਔਰ ਬੱਚਿਆਂ ਤੋਂ ਵੀ ਜਲੀਲ ਹੋ ਗਿਆ ਬੱਚੇ ਮੇਰੇ ਬਹੁਤ ਜ਼ਿਆਦਾ ਨਾ ਮੇਰਾ ਤਾਂ ਕਿਸੇ ਨੇ ਗਿਆ ਮੈਂ ਤਾਂ ਮਰ ਤੇ ਮੈਂ ਗਿਆ ਹੀ ਹੈਗਾ ਇੱਥੇ ਨਹੀਂ ਤਾਂ ਜੇਲ੍ਹ ਸੜਦਾ ਰਹਾਂਗਾ ਲੇਕਿਨ ਬੱਚਿਆਂ ਦੀ ਜ਼ਿੰਦਗੀ ਤਬਾਹ ਹੋ ਗਈ ਸਰ ਕੌਣ ਮੁਦਈ ਹੈ ਇਸ ਕੇਸ ਦੇ ਵਿੱਚ ਮੇਰੇ ਸੁਸਰ ਸੁਸਰ ਹੈ ਜੀ ਉਹ ਮੁਦਈ ਬਣਿਆ ਜੀ ਜੀ ਅੱਛਾ ਤੇ ਹੁਣ ਤੇ ਸਜ਼ਾ ਤਾਂ ਨਹੀਂ ਪਏਗੀ ਜੇਲ੍ਹ ਵਿੱਚ ਸੜਨਾ ਪਏਗਾ ਜਾ ਕੇ ਜੀ ਬਿਲਕੁਲ ਸਰ ਹੈ ਜੀ ਬਿਲकुल ਇਸ ਤਰ੍ਹਾਂ ਹੀ ਸਰ ਪੁਲਿਸ ਨੇ ਗਲਤ ਤੇ ਨਹੀਂ ਪਾਤਾ ਕੇਸ ਨਹੀਂ ਸਰ ਹੈ ਨਹੀਂ ਸਹੀ ਪਾਇਆ ਜੀ ਸਰ ਸੱਚੀ ਗੱਲ ਹੈ ਅੱਛਾ ਠੀਕ ਹੈ ਜੋ ਪੁਲਿਸ ਕਹਿ ਰਹੀ ਹੈ ਐਸੇ ਤਰ੍ਹਾਂ ਹੀ ਕਿ ਕਤਲ ਤੂੰ ਕਰਵਾਇਆ ਇਹਦੇ ਕੋਲੋਂ ਜੀ ਇਸ ਤਰ੍ਹਾਂ ਹੀ ਹੈ ਜੀ ਸਰ ਹਾਂ ਬਈ ਤੇਰੇ ਤੇ ਤਾਂ ਨਹੀਂ ਪੁਲਿਸ ਨੇ ਕੁਝ ਗਲਤ ਪਾਤਾ नहीं सर ਹੈ नहीं सर ਕਤਲ ਤੂੰ ਹੀ ਕੀਤਾ जी सर ਗਲਾ ਤੂੰ ਹੀ ਦਬਾਇਆ जी सर ਐਸੇ ਤਰ੍ਹਾਂ ਹੀ ਹੈ जी ਝੂਠ ਤੇ ਨਹੀਂ ਹੈ नहीं सर ਕੋਈ ਪੁਲਿਸ ਗਲਤ ਕਹਿ ਰਹੀ ਹੋਵੇ नहीं सर ਅੱਛਾ ਤੂੰ ਹੀ ਕੀਤਾ ਇਹਦੇ ਕਹਿਣ ਤੇ ਕੀਤਾ जी सर ਠੀਕ ਹੈ ਤੇ ਹੁਣ ਘਰ ਵਾਲੇ ਆ ਗਏ ਨੇ ਉਹਨਾਂ ਨੂੰ ਇਤਲਾਹ ਮਿਲ ਗਈ ਹੈ जी ਕੌਣ ਆਇਆ ਸੀ अबू आए सर ਅੱਬੂ ਆਏ ਸੀ ਕੋਈ ਪਛਤਾਵਾ ਹੈ जी सर ਹੋਣਾ ਕੀ ਚਾਹੀਦਾ ਸੀ ਕੀ ਕਰਨਾ ਚਾਹੀਦਾ ਸੀ ਤੈਨੂੰ ਅਗਰ ਇਹ ਨਾ ਤੂੰ ਕਰਦਾ ਤੇ ਸਰ ਉੱਥੋਂ ਨਿਕਲ ਜਾਣਾ ਚਾਹੀਦਾ ਸੀ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਜੀ ਇਸ ਗੱਲ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਇਹ ਕਹਿ ਕਿ ਮੈਨੂੰ ਇਸ ਤਰ੍ਹਾਂ ਦੇ ਤਾਲੁਕਾਤ ਨਹੀਂ ਕਾਇਮ ਕਰਨੇ ਚਾਹੀਦੇ ਸਨ ਨਾਜਾਇਜ਼ ਤਾਲੁਕਾਤ ਨਹੀਂ ਕਿਸੇ ਔਰਤ ਨਾਲ ਰੱਖਣੇ ਚਾਹੀਦੇ ਸਨ ਤੈਨੂੰ ਇਸ ਗੱਲ ਤੇ ਸ਼ਰਮ ਨਹੀਂ ਆ ਰਹੀ ਇਸ ਗੱਲ ਤੇ ਤੈਨੂੰ ਸ਼ਰਮਿੰਦਗੀ ਨਹੀਂ ਹੋ ਰਹੀ ਹੈ ਸਰ ਸਿਰਫ ਇਹ ਕਹਿ ਰਹੇ ਹਾਂ ਕਿ ਉੱਥੋਂ ਚਲੇ ਜਾਣਾ ਚਾਹੀਦਾ ਸੀ ਸਰ ਇਹ ਵੀ ਹੋ ਰਹੀ ਹੈ ਮਸਲਨ ਉਸ ਟਾਈਮ ਬਿਹਤਰ ਹੈ ਸੀ ਅਗਰ ਇਹ ਕੰਮ ਨਾ ਕਰਦਾ ਅੱਜ ਇੱਥੇ ਨਾ ਹੁੰਦਾ ਹਾਂ ਠੀਕ ਹੈ ਨਾ ਜੀ ਸਰ ਹੁਣ ਇਹੋ ਜਿਹਾ ਕੰਮ ਤੂੰ ਕੀਤਾ ਹੈ ਤੇ ਤੂੰ ਮੁਲਜ਼ਮ ਵੀ ਹੈ ਤੈਨੂੰ ਸਜ਼ਾ ਵੀ ਮਿਲੇਗੀ ਤੈਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ ਦੈਰੀ ਤੂੰ ਕਤਲ ਵੀ ਕੀਤਾ ਹੈ ਜੀ ਸਰ ਕੁਝ ਕਹਿਣਾ ਚਾਹੁੰਦਾ ਹੈ ਕਿ ਕੀ ਹੋਣਾ ਚਾਹੀਦਾ ਸੀ ਨਹੀਂ ਸਰ ਕੁਝ ਨਹੀਂ ਕਹਿਣਾ ਚਾਹੁੰਦਾ ਕੋਈ ਸਿਰਫ ਆਪਣੀ ਸਫਾਈ ਆਪਣੀ ਸਫਾਈ ਵਿੱਚ ਸਿਰਫ ਇਹ ਹੀ ਕਹਿਣਾ ਚਾਹੁੰਦਾ ਇਹਦਾ ਜੋ ਲੋਕ ਹਨ ਉਹ ਇਸ ਚੀਜ਼ ਤੋਂ ਦੂਰ ਰਹਿਣ ਕਿਸ ਚੀਜ਼ ਤੋਂ ਦੂਰ ਰਹਿਣ ਨਜਾਇਜ਼ ਤਲਕ ਤੋਂ ਇਸ ਚੀਜ਼ਾਂ ਤੋਂ ਦੂਰ ਰਹਿਣ ਆਪਣੀ ਜ਼ਿੰਦਗੀ ਵੀ ਤਬਾਹ ਹੋ ਜਾਂਦੀ ਹੈ ਅਗਲੇ ਇਨਸਾਨ ਦੀ ਵੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ 23 ਸਾਲ ਉਮਰ ਹੈ ਜ਼ਹਿਰੀ ਗੱਲ ਸਜ਼ਾ ਹੋਈ ਤੇ सारी ज़िंदगी जेल में ही है। ये थे जी वो मुलजमान जिसके बारे में आपको मैंने बताया कि पहली दफ़ा ये केस सामने आया है कि एक शोहर जो अपनी बीवी को गैरत के नाम पे कत्ल तो करते हैं लेकिन ये ऐसा शोहर है जो बीवी को अपनी गैरत के नाम पे कत्ल करवाता है लेकिन करवाता किससे है उसके आशना से और ये वो आशना है जो अब ये कहता है कि नाजायज़ ताल्लुकात रखने से ये सब कुछ उसे भुगतना पड़ा ये कसूरवार है ये मुल्ज़िम है इसको सज़ा मिलेगी और इसको सज़ा मिलनी चाहिए लेकिन जब ये हथकड़ियों के साथ पुलिस की हिरासत में है तो इसको अपने किए पे नदामत भी है शर्मिंदा भी है 23 साल की उम्र में ये अब जेल जाएगा और वहाँ पे सज़ा भुगतेगा। बच्चों ने जब अपनी माँ की ये हालत देखी तो उन्होंने शोर वगैरह किया तो इससे मोहल्लेदार इकट्ठे हो गए और मोहल्लेदारों ने जब डेड बॉडी को देखा तो उन्हें ये चीज़ क्लियर हुई कि ये नेचुरल डेथ नहीं है तो मोहल्लेदारों ने फिर पुलिस को इतला दी है। ये जो मकतूला का शोहर है इसने पुलिस को इतला नहीं दी मोहल्लेदारों की इतला पे फिर पुलिस वहाँ पे पहुँची। अच्छा जो दीगर रिश्तेदार हैं मकतूला के वालदैन या बहन भाई उन्होंने कुछ इंकशाफ किया कि शोहर के साथ इसके तल्लुकात ख़राब थे कोई लड़ाई झगड़ा रहता था कोई मसले मसाइल थे कोई नाचाकी थी घर में इस तरह की कुछ शातें मिली हैं हमें कि इनके ये जो लियाकत है मकतूला का शोहर है इसके किसी खातून के साथ कोई मुबैना तौर पे ताल्लुकात थे जिस पे उसकी बीवी को एतराज़ था और वो इस बात पे अक्सर लड़ाई झगड़ा करती थी। तो अभी फर्दर इंटरोगेशन इन्वेस्टिगेशन जारी है जो चीज़ भी सामने आएगी इंशाल्लाह राय पे मुकदमे को यकसू करेंगे। अच्छा नीम साहब जो यासीन है जो एडमिट भी करता है कि उसने गला दबाया मकतूला का और उसके शोहर ने उसकी मदद की इसको गिरफ़्तार किया पहले कौन सा मुलजिम गिरफ़्तार हुआ जिसने सारा प्लान या सारा जो राज था एक कत्ल करने का उसको ओपन किया? जी पहले यासीन जो है उसने इतराफ़ जुर्म किया अपना उसने सारी बात बताई हमें
तो उसके बाद फिर आगे फर्दर हमने जो मकतूला का शोहर था उसको हमने तफ्तीश किया और फिर उसने भी एतराफ़ जुर्म कर लिया। अच्छा, ये 302 की दफ़ात के तहत मुकदमा दर्ज हुआ है और जो मुलजिम का बयान है, दोनों मुलजिमों में जो यासीन का बयान है उसका यह है कि उसने गला दबाया और शोहर ने उसकी मदद की। तो क्या तवक्को की जा सकती है तमाम एविडेंस को कलेक्ट करने के बाद कि क्या सज़ा इनको दोनों को बराबर मिलेगी या किसी एक को ज़्यादा या कम? सज़ा का तयन जो है ये तो जी कोर्ट्स करती हैं, हमारा काम तो है शहादतें इकट्ठी करके तफ्तीश मुकम्मल करके कोर्ट के सामने रख देना। तो इंशाल्लाह उसमें कोई कसर नहीं छोड़ेंगे, इसको जिस कदर मुमकिन हुआ मजबूत बुनियादों पे केस को बिल्डअप करेंगे। यासीन है, इसका वहाँ पे दुकान पे सौदा सलम देने के लिए आना जाना हुआ। उस दौरान इनकी आपस में थोड़ी शनासाई बढ़ी, नंबर्स वगैरह का एक्सचेंज हुआ, टेलीफोन पे बात शुरू हुई और फिर इन्होंने मिलना मिलाना भी शुरू कर दिया। इस दौरान उन्होंने ये प्लान किया, ये मकतूला ने और यासीन ने, कि क्यों ना यासीन जो है ये उन्हीं के साथ शिफ्ट हो जाए। जब हम वकूए पे गए हैं, मौके पे मकतूला का शोहर था, उसकी जो हरकत व सकनात थी वो भी नॉर्मल नहीं थी। मोहल्ले में ये बात मशहूर कर दी कि जी मेरी बीवी को कुछ हो गया, इसका बीपी वगैरह डाउन हो गया और वो बेसुध पड़ी है। अपने बच्चों को इसने यही बताया। इंचार्ज इन्वेस्टिगेशन कोर्ट लखपत है राना नईमुल्ला खान। उनसे पूछते हैं जो मुलजमान को गिरफ्तार किया है, क्या तफ्तीश में अब तक बात सामने आई है और क्या है कत्ल करने की वजह। नईम साहब, बहुत शुक्रिया आपका। नईम साहब, ये बताइए कि शोहर जो है वो कातिल है और जिससे कत्ल करवाया वो उसके तल्लुकात बताते हैं मुलजमान के, मकतूला के साथ उसके तल्लुकात थे। क्या इन्वेस्टिगेशन में चीज़ सामने आई? इन्वेस्टिगेशन में मैं आपको बताऊं कि ये स्टोरी शुरू होती है कोई 4 से 5 माह पहले। ये खातून जो मकतूला है, इनकी किराने की दुकान थी मोहल्ले में छोटी सी एक। ये जो यासीन है, इसका वहाँ पे दुकान पे सौदा सलम देने के लिए आना जाना हुआ। उस दौरान इनकी आपस में थोड़ी शनासाई बढ़ी, नंबर्स वगैरह का एक्सचेंज हुआ, टेलीफोन पे बात शुरू हुई और फिर इन्होंने मिलना मिलाना भी शुरू कर दिया। उसके बाद ये जो खातून है, इनका जिस घर में ये रिहाइश पजीर थी वो घर किराए का था और किराए मालिक मकान ने वो घर सेल कर दिया, तो इनको नए घर में शिफ्ट होना पड़ा। ठीक है। तो इस दौरान उन्होंने ये प्लान किया, ये मकतूला ने और यासीन ने, कि क्यों ना यासीन जो है ये उन्हीं के साथ शिफ्ट हो जाए। तो उन्होंने अपने घर 4 मरले का ये घर उन्होंने रेंट पे लिया और बैठक जो है वो यासीन को किराए पे दे दी। यासीन ने वहाँ पे रहना शुरू कर दिया और कुछ 14-15 दिन ये इकट्ठे रहे। उस दौरान ज़ाहिर है इनकी आपस में मुलाकात होती रही होगी। वकूए की रात जो है वो मुबैना तौर पे यासीन और मकतूला एक ही कमरे में मौजूद थे और ऊपर से उनका शौहर आ गया, जिसने उन्हें मुबैना तौर पे काबिल एतराज़ हालत में देख लिया और उसको इश्तियाल आया, तैश आया, उसने इन दोनों को थप्पड़ वगैरह मारे। ठीक। और फिर उसने यासीन को थ्रेट किया कि मैं तुम्हें जो है ना पुलिस केस में इन्वॉल्व कर दूँगा। यासीन ने उससे जान छुड़ाने के लिए मिन्नत समाजत की, लेकिन वो नहीं माना और फिर उसने अपनी अगली डिमांड रखी कि अगर तुम अपनी बेहतरी चाहते हो तो फिर इसको मेरे साथ मिल के ठिकाने लगाओ, ठीक है, क्योंकि ये अब मेरे काबिल नहीं रही। ठीक है। फिर उसका प्लान, जो उसके शोहर का लियाकत है, वो बड़ा शरूर आदमी है, उसका ये प्लान जो है वो काम कर गया और फिर इन दोनों ने मिल के उस खातून को कत्ल कर दिया। ठीक है। अच्छा, कत्ल करके मुलजिम जो है वहाँ से फ़रार हो जाता है और मुकदमे का मुद्दई कौन बनता है और शुबा किस तरह से पुलिस को होता है, इन्वेस्टिगेशन क्या कुछ की जाती है कि दोनों मुलजमान जो है वो पुलिस की गिरफ्त में आ जाते हैं? मुकदमे का जो मुद्दई है वो मकतूला के वालिद को बनाया गया, उनकी मुद्दईयत में ये मुकदमा दर्ज हुआ। उसके बाद जब हम वकूए पे गए हैं मौके पे, तो वहाँ पे कुछ हालात जो हैं वो हमें मशकूक लगे और जो मकतूला का शोहर था उसकी जो हरकत व सकनात थी वो भी नॉर्मल नहीं थी। पहले उसने ख़ुद मुद्दई बनने की कोशिश की, फिर उसके बाद अगली मूव उसने ये की कि उसने मोहल्ले में ये बात मशहूर कर दी कि जी मेरी बीवी को कुछ हो गया, इसका बीपी वगैरह डाउन हो गया और वो बेसुध पड़ी है।
अपने बच्चों को इसने यही बताया। बच्चों ने जब अपनी माँ की ये हालत देखी तो उन्होंने शोर वगैरह किया, तो इससे मोहल्लेदार इकट्ठे हो गए और मोहल्लेदारों ने जब डेड बॉडी को देखा तो उन्हें ये चीज़ क्लियर हुई कि ये नेचुरल डेथ नहीं है। तो मोहल्लेदारों ने फिर पुलिस को इतला दी है। ये जो मकतूला का शोहर है इसने पुलिस को इतला नहीं दी, मोहल्लेदारों की इतला पे फिर पुलिस वहाँ पे पहुँची। अच्छा, जो दीगर रिश्तेदार हैं मकतूला के, वालदैन या बहन भाई, उन्होंने कुछ इंकशाफ किया कि शोहर के साथ इसके ताल्लुकात ख़राब थे, कोई लड़ाई झगड़ा रहता था, कोई मसले मसाइल थे, कोई नाचाकी थी घर पे? इस तरह की कुछ शातें मिली हैं हमें कि इनके ये जो लियाकत है मकतूला का शोहर है, इसके किसी खातून के साथ कोई मुबैना तौर पे ताल्लुकात थे, जिस पे उसकी बीवी को एतराज़ था और वो इस बात पे अक्सर लड़ाई झगड़ा करती थी। तो अभी फर्दर इन्वेस्टिगेशन जारी है, जो चीज़ भी सामने आएगी इंशाल्लाह काई पे मुकदमे को यकसू करेंगे। अच्छा नीम साहब, जो यासीन है जो एडमिट भी करता है कि उसने गला दबाया मकतूला का और उसके शोहर ने उसकी मदद की, इसको गिरफ़्तार किया, पहले कौन सा मुलजिम गिरफ़्तार हुआ जिसने सारा प्लान या सारा जो राज था एक कत्ल करने का उसको ओपन किया? जी, पहले यासीन जो है उसने इतराफ़ जुर्म किया अपना, उसने सारी बात बताई हमें। उसके बाद फिर आगे फर्दर हमने जो मकतूला का शोहर था उसको हमने तफ्तीश किया और फिर उसने भी इतराफ़ जुर्म कर लिया। अच्छा, ये 302 की दफ़ात के तहत मुकदमा दर्ज हुआ है और जो मुलजिम का बयान है, दोनों मुलजिमों में जो यासीन का बयान है उसका ये है कि उसने गला दबाया और शोहर ने उसकी मदद की। तो क्या तवक्को की जा सकती है तमाम एविडेंस को कलेक्ट करने के बाद कि क्या सज़ा इनको दोनों को बराबर मिलेगी या किसी एक को ज़्यादा या कम? सज़ा का तयन जो है ये तो जी कोर्ट्स करती हैं, हमारा काम तो है शातें इकट्ठी करके तफ्तीश मुकम्मल करके कोर्ट के सामने रख देना। तो इंशाल्लाह उसमें कोई कसर नहीं छोड़ेंगे, इसको जिस कदर मुमकिन हुआ मजबूत बुनियादों पे केस को बिल्डअप करेंगे और पूरी कोशिश करेंगे सज़ा हो और इंशाल्लाह ये केस सज़ा होगा। हर रोज़ हमारे मुआशरे में इस तरह के वाक़यात सामने आते हैं जिसमें बहुत ज़्यादा मालूम पड़ता है कि बहुत ज़्यादा फ्रस्ट्रेशन है हमारी सोसाइटी में। हमारी सोसाइटी में अदम बर्दाश्त बहुत ज़्यादा है, इखलाकियात रोज़ बरोज़ गिरती जा रही हैं। उसकी बहुत सारी वजूहात हैं, जिसमें एक तो ये कि हमारी बेसिक नीड्स के मसले हैं। यहाँ पे हम लोगों में नाखुशी का एलिमेंट बहुत ज़्यादा है। हम लोग बहुत कम खुश रहते हैं क्योंकि खुशी के मौक़े ही यहाँ पे इतने ज़्यादा नहीं है। फ्रस्ट्रेशन बहुत ज़्यादा है, अनसर्टनिटीज़ बहुत ज़्यादा है मुल्क में। अगर पॉलिटिकल सूरत हाल देखी जाए, फाइनेंशियल सूरत हाल देखी जाए, ये सब चीज़ें जो है वो इंसान के अंदर फ्रस्ट्रेशंस क्रिएट करती हैं, स्ट्रेस क्रिएट करती हैं, उनको साइकोलॉजिकली डिस्टर्ब करती हैं, जिसकी वजह से बंदा अपना वो जो स्ट्रेस है, वो फ्रस्ट्रेशन है, वो किसी ना किसी तौर पे निकालता है। अब कहीं ना कहीं वो सुकून ढूंढता है और समटाइम वो ऐसी जगहों पे ढूंढता है जो कि नामुनासिब होते हैं, जो एक्सेप्टेबल नहीं होते, लेकिन क्योंकि उसे अपनी उन चीज़ों से निकलना होता है तो वो समहाउ ऐसे रास्ते इख्तियार कर लेता है। तो इसमें बहुत ज़्यादा ज़रूरत है कि हम अपने तौर पे इखलाकियात को और अदम बर्दाश्त को कम करने के लिए कुछ तदाबीर इख्तियार करें, कुछ ऐसी चीज़ें क्रिएट करें जिससे हमारे मुआशरे में ये चीज़ें कम हो सके। जैसे अगर आप बहुत ज़्यादा नेगेटिविटी अपने आसपास सुनते हैं, जैसे अगर हम ये टीवी चैनल्स या सोशल मीडिया की बात करें तो हर वक्त पॉलिटिकल डिस्कशंस और मुल्क के हालात बहुत ख़राब हो गए, ये हो गया, सब कुछ हो गया, हर टाइम नेगेटिविटी ही नज़र आती है। तो अगर आप कुछ इस चीज़ को कम करें, अपना देखना इन नेगेटिविटी को और इस तरह के इंसिडेंट्स को देखना कम करें, इनसे एक्सपोजर कम करें, अपनी फैमिली में, अपने घर वालों में पीस ढूंढें, अपने रिलेशनशिप जो हैं अपने बच्चों के साथ, अपने पेरेंट्स के साथ, अपने दोस्तों के साथ अच्छे रखें, तो चीज़ें बेहतर हो सकती हैं। ज़िंदगी कैसी गुजर रही सी? ठीक गुजर रही सी खुशो खुरम ज़िंदगी गुजर रही सी? जी बिल्कुल अच्छी गुजर रही सी। तो फिर की होया? बस सर उस तो पहले तो कुछ ऐसा मामला तो बने ही नहीं, ना कुछ पता सी मेरा मैनू ना हालातों का या ना मसले मसालों का। ठीक है। मैं तो अचानक उस दिन रात सर जी मेरे अज तक बीवी नाल इस मामले ਦੇ ਵਿੱਚ कभी मैं उन्होंने ना डांटिया सी ना मैंने को पता चलिया जी। 4 बच्चे हुए जी जी
कमाना भी सै नशा जी। करना कोई नहीं सर, सादा नशा भी सिगरेट कोई पीना। नहीं करना। बीवी ने अपनी घर दुकान खोली हुई सी जी दुकान बनाई सी। तेरी मदद भी करती सी जी बिल्कुल चलाते सी। तेरी हमसफर तेरा हੱਥ भी ਵਟਾ ਰਹੀ जी ਸੀ बिल्कुल बता रहा सी। ਆਮਦਨ ਦਾ ਜ਼ਰੀਆ ਵੀ ਬਣੀ ਹੋਈ ਸੀ जी जी ਤੇਰੇ ਨਾਲ ਕਦੀ ਕੋਈ ਗਿਲਾ ਸ਼ਿਕਵਾ ਕਦੀ ਕੋਈ ਲੜਾਈ ਕੋਈ ਤੈਨੂੰ ਉਹਦੇ ਕੋਲੋਂ ਕੋਈ ਸ਼ਿਕਾਇਤ ਐਸੀ नहीं सर ਸੀ? ऐसे ਕੁਛ कोई भी ਨਹੀਂ नहीं ਸੀ सी, कुछ भी ऐसा नहीं सी हैगा। ਤੇ ਕੀ ਐਸਾ ਹੋਇਆ ਕਿ ਅਚਾਨਕ ਸਰ, ਰਾਤ ਨੂੰ ਕੀ ਹੋਇਆ ਸੀ ਸਰ ਅਚਾਨਕ ਰਾਤ ਨੂੰ ਮੈਂ ਉੱਠਿਆ, ਮੈਨੂੰ ਉਸ ਤੋਂ ਪਹਿਲੇ ਕੁਝ ਮਾਲੂਮ ਨਹੀਂ ਸੀ, ਕੁਝ ਪਤਾ ਨਹੀਂ ਸੀ ਕਿ ਮੈਂ ਮਕਾਨ ਨਇਆ ਹੀ ਚੇਂਜ ਕੀਤਾ ਸੀ ਉਹ ਵਾਲਾ। ਅੱਛਾ ਮਕਾਨ ਆਪਣਾ ਸੀ ਨਹੀਂ ਕਿਰਾਏ ਤੇ ਰੈਂਟ ਸੀ? ਦਾ ਮਕਾਨ ਸੀ। ਅੱਛਾ। ਪਹਿਲੇ ਵਾਲਾ ਸੇਲ ਹੋ ਗਿਆ ਤੇ ਤੂੰ ਉਹਨਾਂ ਰਾਤ ਨੂੰ ਨੂੰ ਖਾਲੀ ਕਰਵਾ ਲਿਆ। ਸੁੱਤਾ ਸੈਂ ਉੱਠਿਆ ਜੀ ਤੇ ਉੱਠਿਆ। ਕੀ ਦੇਖਿਆ ਕਿਸ ਪਾਸੇ ਉੱਠਿਆ ਸੈਂ ਸਰ ਉੱਠਿਆ ਵਾਸ਼ਰੂਮ ਠੀਕ ਹੈ। ਜਾਣ ਵਾਸਤੇ, ਲੇਕਿਨ ਠੀਕ ਹੈ, ਦੇਖਿਆ ਕਿ ਕਿੰਨੇ ਆਪਣੇ ਵਜੇ ਦਾ ਕਮਰੇ 'ਚ time ਸੀ ਨਹੀਂ। ਰਾਤ ਦਾ? ਅੰਦਾਜ਼ਾ ਹੀ ਹੈ ਸਰ ਕੋਈ 3 3:30 ਦਾ ਹੋਏਗਾ। 3 3:30 ਦਾ ਟਾਈਮ ਜੀ। ਅੱਛਾ ਫਿਰ ਤੂੰ ਕੀ ਤੇ ਕੀਤਾ ਦੇਖਿਆ ਕਿ ਆਪਣੇ ਕਮਰੇ 'ਚ ਮੌਜੂਦ ਨਹੀਂ ਸਨ। ਕੌਣ ਬੀਵੀ ਤੇਰੀ ਮੌਜੂਦ ਜੀ, ਨਹੀਂ ਜੀ, ਸੀ ਜੀ। ਅੱਛਾ ਫਿਰ ਤੇ ਮੈਂ ਤੂੰ ਤਲਾਸ਼ ਕੀਤਾ ਜੀ ਮੈਂ ਬੈਠਕ ਵਾਲੀ ਸਾਈਡ ਤੇ ਦੇਖਿਆ ਤਾਂ ਸਾਡਾ ਜਿਹੜਾ ਨਾ ਸੇਮ ਦਾ ਟੀਵੀ ਲਾਉਂਚ ਵਾਲਾ ਗੇਟ ਮਕਸਦ ਕਿ ਅਸੀਂ ਬੰਦ ਕਰਕੇ ਸੌਂਦੇ ਹਾਂ। ਠੀਕ ਹੈ ਮੇਰੀ ਉਧਰ ਨਜ਼ਰ ਪਈ ਤੇ ਮੈਂ ਕਿਹਾ ਦਰਵਾਜ਼ਾ ਖੁੱਲਾ ਹੈ, ਸ਼ਾਇਦ ਮੈਂ ਟਾਈਮ ਦੀ ਵਜ੍ਹਾ ਤੋਂ ਕਿ ਮੇਰੀ ਤਬੀਅਤ ਵੀ ਕੁਝ ਅਪਸੈਟ ਸੀ। ਠੀਕ ਹੈ ਮੈਂ ਕਿਹਾ ਹੋ ਸਕਦਾ ਦੁਕਾਨ ਤੇ ਨਾ ਚਲੇ ਗਿਆ, ਟਾਈਮ ਜ਼ਿਆਦਾ ਓਵਰ ਹੋ ਗਿਆ, ਮੈਂ ਟਾਈਮ ਤੇ ਠੀਕ ਨੋਟ ਹੈ, ਨਹੀਂ ਕੀਤਾ। ਲੇਕਿਨ ਮੈਂ ਠੀਕ ਹੈ। ਬੈਠਕ ਵਾਲੀ ਸਾਈਡ ਤੇ ਗਿਆ ਤਾਂ ਸਰ ਇਹਨਾਂ ਦੇ ਹਲਕੇ ਬੁਲਕੇ ਨਾ ਸ਼ੋਰ ਸ਼ਰਾਬਾ ਹੋ ਰਿਹਾ ਸੀ ਇਹਨਾਂ ਦਾ, ਕੀ ਦੋਨਾਂ ਸ਼ੋਰ ਦਾ ਸ਼ਰਾਬਾ ਹੋ ਆਪਸ ਰਿਹਾ ਸੀ ਕੋਈ ਗੱਲਾਂ ਕਰ ਰਹੇ ਸੀ ਜੀ, ਜਿਸ ਤਰ੍ਹਾਂ ਤਲਖ ਕਲਾਮੀ ਚ ਇਨਸਾਨ ਇੱਕ ਦੂਸਰੇ ਨਾਲ ਗੱਲ ਅੱਛਾ ਕਰਦਾ ਹੈ। ਕੌਣ ਤਲਕ ਕਲਾਮ ਯਾਸੀਨ ਔਰ ਮੇਰੀ ਇਹ ਯਾਸੀਨ ਹੈ ਜੀ, ਜੀ। ਤੇ ਇਹ ਯਾਸੀਨ ਕੀ ਲੱਗਦਾ ਤੇਰੇ ਘਰ ਦੇ ਵਿੱਚ ਕਿਸ ਤਰ੍ਹਾਂ ਸਰ ਰਹਿ ਰਿਹਾ? ਮੇਰਾ ਲੱਗਦਾ ਕੁਝ ਨਹੀਂ, ਇਹ ਕਿ ਮੇਰੀ ਬੀਵੀ ਨੇ ਹੀ ਇਹਨਾਂ ਨੂੰ ਬੈਠਕ ਕਿਰਾਏ ਤੇ ਦਿੱਤੀ ਸੀ। ਅੱਛਾ ਕਿਰਾਏਦਾਰ ਸੀ ਤੇਰਾ? ਕਿਰਾਏਦਾਰ ਸੀ ਬੈਠਕ ਵਿੱਚ। ਤੇ ਇਹ ਘਰ ਦੇ ਅੰਦਰ ਵੀ ਆ ਜਾਂਦਾ ਸੀ? ਜੀ ਬਿਲਕੁਲ ਆ ਜਾਂਦਾ ਸੀ। ਅੱਛਾ ਆ ਜਾਂਦਾ ਸੀ ਤੇ ਇਹ ਤੈਨੂੰ ਰਾਤ ਨੂੰ ਕਿੰਨੇ ਵਜੇ ਦਾ ਟਾਈਮ ਸੀ? 1 2 ਵਜੇ ਦਾ? ਨਹੀਂ ਅੰਦਾਜ਼ਨ ਸਾਰੇ ਕੋ 3 3:30 ਦਾ 3 3:30 ਦਾ ਟਾਈਮ ਸੀ ਤੇ ਅਚਾਨਕ ਤੂੰ ਦੇਖਿਆ ਜੀ ਕਿ ਬੈਠਕ ਦੇ ਵਿੱਚ ਯਾਸੀਨ ਦੇ ਨਾਲ ਕੋਈ ਤਲਖੀ ਦੀ ਆਵਾਜ਼ਾਂ ਆ ਜੀ ਰਹੀਆਂ ਆਵਾਜ਼ ਆ ਰਹੀਆਂ, ਲੇਕਿਨ ਜਿਸ ਟਾਈਮ ਅੰਦਰ ਦਾਖਲ ਹੋਇਆ ਸਾਲੇ, ਲੇਕਿਨ ਇਹ ਕਿ ਦੋਨੋਂ ਕਾਬਲੇ ਇਤਰਾਜ਼ ਹਾਲਤ ਵਿੱਚ ਸਨ। ਤੇ ਉਹਦਾ ਖਾਵੰਦ ਵੀ ਸੀ, ਉਹ 4 ਬੱਚਿਆਂ ਦੀ ਮਾਂ ਵੀ ਸੀ, ਫਿਰ ਤੇਰੇ ਨਾਲ ਦੋਸਤੀ ਕਿਉਂ ਹੋ ਗਈ? ਸਰ ਇਸ ਚੀਜ਼ ਦਾ ਪਤਾ ਨਹੀਂ ਸੀ 4 ਬੱਚੇ ਨੇ, ਉਹਨਾਂ ਸਿਰਫ ਮੈਨੂੰ 2 ਬੱਚੇ ਦੱਸੇ ਸੀ। ਅੱਛਾ 2 ਦੱਸੇ ਸਨ ਤੈਨੂੰ ਧੋਖੇ 'ਚ ਰੱਖਿਆ ਉਹਨੇ, ਜੀ ਤੈਨੂੰ 2 ਬੱਚੇ ਘੱਟ ਦੱਸੇ, ਜੀ ਸਰ। ਠੀਕ ਹੈ ਨਾ? ਤੇ ਫਿਰ ਤੈਨੂੰ ਉਹਦੇ ਨਾਲ ਮੁਹੱਬਤ ਹੋ ਗਈ, ਜੀ ਸਰ। ਉਹਨੂੰ ਵੀ ਹੋ ਗਈ ਤੇਰੇ ਨਾਲ ਮੁਹੱਬਤ। ਜ਼ਹਿਰੀ ਗੱਲ ਫਿਰ ਸਰ। ਅੱਗੋਂ ਕੀ ਕਰਨਾ ਚਾਹੁੰਦੇ ਸੀ? ਕੁਛ ਨਹੀਂ, ਬਸ ਸਾਡਾ ਰਿਲੇਸ਼ਨਸ਼ਿਪ ਚੱਲ ਰਿਹਾ ਸੀ ਇਕੱਠਾ। ਉਹ ਰਿਲੇਸ਼ਨਸ਼ਿਪ ਤੇ ਚੱਲ ਰਿਹਾ ਸੀ, ਜੀ। ਸੋਚਿਆ ਕੀ ਸੀ? ਕਿਤੇ ਤੇਰੇ ਨਾਲ ਉਹਨੇ ਝੂਠ ਬੋਲਿਆ, ਬੱਚੇ 4 ਨਹੀਂ ਸਨ, ਸਰ। ਦੱਸੇ ਤੈਨੂੰ ਉਹਨੇ 2, ਖਾਵੰਦ ਦਾ ਦੱਸਿਆ ਸੀ ਕਿ ਖਾਵੰਦ ਹੈਗਾ? ਜੀ ਸਰ। ਅੱਛਾ ਇਹ ਕਾਬਲੇ ਕਬੂਲ ਸੀ ਖਾਵੰਦ, ਜੀ ਸਰ। ਬੱਚੇ 4 ਕਬੂਲ ਨਹੀਂ ਸਨ। ਸਰ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈ ਸੀ। ਅੱਛਾ ਫਿਰ ਕੀ ਹੋਇਆ? ਅੰਦਰ ਬਾਹਰ ਹੋਣ ਲੱਗ ਪਏ, ਰੈਸਟੋਰੈਂਟ ਤੇ ਖਾਣੇ ਖਾਣ ਲੱਗ ਪਏ? ਜੀ ਤੇ ਸਬਜ਼ੀ ਦਾ ਕੰਮ ਕਰਨਾ ਸੀ? ਨਹੀਂ, ਫਰੂਟ ਦਾ ਸਰ। ਫਰੂਟ ਦਾ ਕੰਮ ਕਰਨਾ ਸੀ? ਜੀ ਸਰ। ਤੇ ਖਾਣਾ ਕੌਣ ਖਵਾਉਂਦਾ ਸੀ? ਉਹ ਖਵਾਉਂਦੀ ਸੀ ਜਾਂ ਤੂੰ ਖਵਾਉਂਦਾ ਸੀ? ਬਿੱਲ ਕੌਣ ਦਿੰਦਾ ਸੀ ਮਤਲਬ? ਬਿੱਲ ਸਰ ਮੈਂ ਵੀ ਦੇਂਦਾ ਸਾਂ, ਉਹ ਵੀ ਦੇ ਦਿੰਦੀ ਉਹ ਸੀ। ਵੀ ਦਿੰਦੀ ਹੋਣੀ ਨਾ ਕਿਉਂਕਿ ਉਹ ਦੁਕਾਨਦਾਰ ਸੀ। ਸਰ ਜ਼ਹਿਰੀ ਗੱਲ, ਮੈਂ ਫਰੂਟ ਦਾ ਕੰਮ ਕਰਦਾ ਸਾਂ, ਮੈਂ ਵੀ ਬਿੱਲ ਤੇਰੀ ਜ਼ਿਆਦਾ ਰੇਹੜੀ ਹੈ ਨਾ ਫਰੂਟ ਦੀ? ਸਰ ਰਸ਼ਕਾ ਸੀ। ਰਸ਼ਕਾ ਸੀ? ਜੀ ਅੱਛਾ ਰਿਕਸ਼ੇ ਤੇ ਤੂੰ ਫਰੂਟ ਦਾ ਕੰਮ ਕਰਦਾ ਸੀ, ਠੀਕ ਹੋ ਜੀ ਗਿਆ। ਸਰ। ਅੱਛਾ ਫਿਰ ਕਿਹੜੇ ਹੋਟਲਾਂ 'ਚ ਖਾਣਾ ਖਾਦਾ? ਸਰ ਰੋਸਟ ਵਗੈਰਾ ਇੱਥੇ ਹੀ ਜ਼ਿਆਦਾਤਰ ਕਿੰਨਾ ਜਾਂਦਾ ਬਿੱਲ ਸੀ। ਬਣਦਾ ਸੀ? ਬਿੱਲ 2500 3000 4000 ਅੱਛਾ ਤੱਕ। ਜਦੋਂ 4000 ਬਣਦਾ ਸੀ ਉਹ ਦੇ ਦਿੰਦੀ ਸੀ? ਨਹੀਂ ਸਰ, ਮੈਂ ਹੀ ਜ਼ਿਆਦਾਤਰ ਬਿੱਲ ਮੈਂ ਹੀ ਦਿੰਦਾ ਤੇ ਸਾਂ। ਘਰ ਕੀ ਦੱਸ ਕੇ ਜਾਂਦੀ ਸੀ ਕਿ ਕਿੱਥੇ ਜਾ ਰਹੀ ਹੈ? ਕਾਰ ਮਸਾਂ ਦੁਕਾਨ ਦਾ ਸੌਦਾ ਵਗੈਰਾ ਲੈਣ ਗਿਆ, ਅੱਛਾ। ਕੋਈ ਚੀਜ਼ ਵਗੈਰਾ ਲੈਣ ਜਾ ਰਿਹਾ। ਅੱਛਾ ਮੁਹੱਬਤ ਵੱਧਦੀ ਗਈ, ਫਿਰ ਨੌਬਤ ਕਿੱਥੇ ਤੱਕ ਪਹੁੰਚੀ? ਸਰ ਬਸ ਇੱਕ ਦਿਨ ਅਸੀਂ ਪਕੜੇ ਗਏ ਸਾਂ। ਨਹੀਂ ਫਿਰ ਮੁਹੱਬਤ ਦੀ ਇੰਤਹਾ ਕਿੱਥੇ ਤੱਕ ਗਈ? ਮਤਲਬ ਤੂੰ ਕਿਰਾਏਦਾਰ ਕਿਵੇਂ ਬਣਿਆ ਇਹਨਾਂ ਦਾ? ਪਹਿਲੇ ਤੇ ਤੂੰ ਦੁਕਾਨ ਤੇ ਸੌਦਾ ਲੈਣ ਜਾਂਦਾ ਸੀ ਨਾ? ਕਿਰਾਏ ਤੇ ਸਰ ਮੈਂ ਦੁਕਾਨ ਤੇ ਜਾਂਦਾ ਸਾਂ, ਦਰਅਸਲ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਸਾਂ ਉਹਨਾਂ ਨੂੰ ਪਤਾ ਚੱਲ ਗਿਆ, ਉਹਨਾਂ ਕਿਹਾ ਤੂੰ ਚਲਾ ਜਾਏ तो ਸਾਡੇ ਕੋਲੋਂ। ਉਹਨਾਂ ਨੂੰ ਕੀ ਪਤਾ ਚੱਲ ਗਿਆ? ਮਸਾਂ ਇਹਦੀ ਗੱਲਬਾत है उधर। हस्बैंड ने जब बीवी को पकड़ा उसके आशिक के साथ, तो उसने ताकि उस पर ब्लेम ना आए, उसने बीवी का आशिक था, उसको डराया धमकाया कि मैं पुलिस में नहीं कंप्लेन करूँगा, मैं नहीं बताऊँगा, तुम ही इसको मारोगे, ताकि उस पर कोई इल्ज़ाम ना रहे और वो आराम से बीवी से भी जान छूट जाए और वो जो उसका किसी और जगह पे अफेयर चल रहा था वहाँ पे वो कंटिन्यू रख सके। हर रोज़ हमारे मुआशरे में इस तरह के वाक़यात सामने आते हैं जिसमें बहुत ज़्यादा मालूम पड़ता है कि बहुत ज़्यादा फ्रस्ट्रेशन है हमारी सोसाइटी में, अदम बर्दाश्त बहुत ज़्यादा है, इखलाकियात रोज़ बरोज़ गिरती जा रही हैं, हमारी बेसिक नीड्स के मसले हैं। यहाँ पे हम लोगों में नाखुशी का एलिमेंट बहुत ज़्यादा है, हम लोग बहुत कम खुश रहते हैं क्योंकि खुशी के मौके ही यहाँ पे इतने ज़्यादा नहीं है, फ्रस्ट्रेशन बहुत ज़्यादा है। ऐसी औरत जिसके 4 बच्चे भी हों, खावंद भी हो, बहन भाई भी हों, फिर भी वो गैर मर्द के साथ तल्लुकात इस्तवार कर लेती हैं। और ऐसे खावंद जिनको अपनी बीवी के बारे में कोई शक भी ना हो, कोई शुबा भी ना हो, और जब उसे रंगे हाथों पकड़ लें उसके आशना से ही
उसको कत्ल करवा दें। इसकी क्या वजूहात हो सकती हैं? अभी एक वाक़या सामने आया है जिसमें ख़ातून का अफेयर चल रहा था किसी मर्द के साथ और पकड़े जाने पे उसके हस्बैंड ने उसी जिसके साथ अफेयर चल रहा था, जो उसका आशिक था, उसके थ्रू ही अपनी बीवी को कत्ल करवा दिया। सो इसके पीछे हम जानना चाह रहे थे कि क्या साइकोलॉजिकल रीज़न्स हो सकती हैं, क्या सोशल रीज़न्स हो सकती हैं। अभी मैंने इस मामले में मज़ीद मालूमात पे मुझे पता चला कि वो जो हस्बैंड था उसका भी ऑलरेडी किसी के साथ अफेयर चल रहा था और वो ऑलरेडी उनके जो मियाँ बीवी के आपस के ताल्लुकात थे वो इतने अच्छे नहीं चल रहे थे और दोनों के ही डिफरेंट जगह पे अफेयर चल रहे थे और दोनों ही आपस में एक साथ खुश नहीं थे। तो हस्बैंड ने जब बीवी को पकड़ा उसके आशिक के साथ, तो उसने ताकि उस पर ब्लेम ना आए, उसने अपने ही उस आशिक जो उसका बीवी का आशिक था उसको डराया धमकाया कि मैं पुलिस में नहीं कंप्लेन करूँगा, मैं नहीं बताऊँगा, तो तुम ही इसको मारोगे, ताकि उस पर कोई इल्ज़ाम ना रहे और वो आराम से बीवी से भी जान छूट जाए और वो जो उसका किसी और जगह पे अफेयर चल रहा था वहाँ पे वो कंटिन्यू रख सके। सो एक तो इसकी कुछ सोशल रीज़न्स हैं कि हमारे यहाँ जो इट्स वेरी इजी, अगर मर्द का अफेयर होता है तो उसे इतना बुरा भला नहीं समझा जाता क्योंकि समहाउ इसको एक्सेप्टेंस मिल जाती है, सोशल एक्सेप्टेंस मिल जाती है। लेकिन अगर औरत का अफेयर चल रहा है और स्पेशली शादी के बाद चल रहा है तो मर्द के लिए एक बहुत बड़ा मसला हो जाता है, उसकी गैरत पे बात आती है और अगर वो कत्ल कर देता है या उसका करवा देता है तो इट्स क्वाइट नॉर्मल, क्योंकि इसको समहाउ एक एक्सेप्टेंस मिली हुई है कि औरत ये काम नहीं कर सकती। हालांकि गुनाह तो दोनों के लिए है, बुरी चीज़ तो दोनों के लिए, अफेयर किसी का भी एक्सेप्टेबल नहीं है, चाहे वो मर्द हो चाहे वो औरत हो। हमारी लॉ इन्फोर्समेंट एजेंसीज़ को भी इस मामले को देखने की ज़रूरत है कि अगर इस तरह के मामलात हों तो कुछ इस तरह की सज़ा दी जाए ताकि वो लोग कानून अपने हाथ में ना लें, गैरत के नाम पे कत्ल व गारत को बंद किया जाए। क्योंकि बहुत आसान होता है किसी औरत को कत्ल करके उसको गैरत का नाम दे के आप बहुत सारी चीज़ों से बच जाते हैं। सोशली लोग आपको सपोर्ट करना शुरू कर देते हैं कि अच्छा अगर ये वाला इंसिडेंट हुआ है इस वजह से मारा है तो सही मारा है। तो इस तरह की चीज़ें कम करने के लिए ज़रूरी है कि लॉ इन्फोर्समेंट एजेंसीज़ इसको सज़ा दें और लोगों को कानून अपने हाथ में ना लेने दें। अगर कोई ऐसा करता है उसके लिए कोई एग्जाम्पलरी पनिशमेंट हो ताकि आगे इस तरह के वाक़यात रिपीट ना हो। और जहाँ तक इसकी साइकोलॉजिकल रीज़न्स हैं, साइकोलॉजिकल रीज़न्स अगर हम देखें तो दो तरह के इश्यूज़ हो सकते हैं। एक सोशल इश्यूज़ है, इसमें सोशल इश्यूज़ ज़्यादा लग रहे हैं। साइकोलॉजिकल रीज़न्स कोई बीमारी, साइकाइट्रिक या साइकोलॉजिकल कोई बीमारी हो सकती है, जैसे कोई पर्सनालिटी इश्यूज़ हो सकते हैं, कोई साइकाइट्रिक इश्यूज़ चल सकते हैं, या फिर कोई नशावर चीज़ों के इस्तेमाल की वजह से भी लोगों में समटाइम इस तरह की टेंडेंसीज़ आ जाती हैं, एग्रेशन वगैरह आ जाता है, जिसकी वजह से इस तरह के एक्सट्रीम वाक़यात जन्म ले सकते हैं। सो ये रूल आउट करने की ज़रूरत है और साथ साथ में ये देखने की ज़रूरत है कि अगर हमारी लॉ एंड ऑर्डर अच्छा हो और इन लोगों को सज़ा मिले तो इस तरह के वाक़यात कम होंगे। अगर देखा जाए तो हर रोज़ हमारे मुआशरे में इस तरह के वाक़यात सामने आते हैं जिसमें बहुत ज़्यादा मालूम पड़ता है कि बहुत ज़्यादा फ्रस्ट्रेशन है हमारी सोसाइटी में। हमारी सोसाइटी में अदम बर्दाश्त बहुत ज़्यादा है, अखलाकियात रोज़ बरोज़ गिरती जा रही हैं। उसकी बहुत सारी वजूहात हैं, जिसमें एक तो ये कि हमारी बेसिक नीड्स के मसले हैं। यहाँ पे हम लोगों में नाखुशी का एलिमेंट बहुत ज़्यादा है। हम लोग बहुत कम खुश रहते हैं क्योंकि खुशी के मौके ही यहाँ पे इतने ज़्यादा नहीं है। फ्रस्ट्रेशंस बहुत ज़्यादा है, अनसर्टनिटीज़ बहुत ज़्यादा है मुल्क में। अगर पॉलिटिकल सूरत हाल देखी जाए, फाइनेंशियल सूरत हाल देखी जाए, ये सब चीज़ें जो है वो इंसान के अंदर फ्रस्ट्रेशंस क्रिएट करती हैं, स्ट्रेस क्रिएट करती हैं, उनको साइकोलॉजिकली डिस्टर्ब करती हैं, जिसकी वजह से बंदा अपना वो जो स्ट्रेस है, वो फ्रस्ट्रेशन है, वो किसी ना किसी तौर पे निकालता है। अब कहीं ना कहीं वो सुकून ढूंढता है और समटाइम वो ऐसी जगहों पे ढूंढता है जो कि नामुनासिब होते हैं, जो एक्सेप्टेबल नहीं होते, लेकिन क्योंकि उसे अपनी उन चीज़ों से निकलना होता है तो वो समहाउ ऐसे रास्ते इख्तियार कर लेता है। तो इसमें
बहुत ज़्यादा ज़रूरत है कि हम अपने तौर पे इखलाकियात को और अदम बर्दाश्त को कम करने के लिए कुछ तदाबीर इख्तियार करें, कुछ ऐसी चीज़ें क्रिएट करें जिससे हमारे मुआशरे में ये चीज़ें कम हो सके। जैसे अगर आप बहुत ज़्यादा नेगेटिविटी अपने आसपास सुनते हैं, जैसे अगर हम ये टीवी चैनल्स या सोशल मीडिया की बात करें तो हर वक्त पॉलिटिकल डिस्कशंस और मुल्क के हालात बहुत ख़राब हो गए, ये हो गया, सब कुछ हो गया, हर टाइम नेगेटिविटी ही नज़र आती है। तो अगर आप कुछ इस चीज़ को कम करें, अपना देखना इन नेगेटिविटी को और इस तरह के इंसिडेंट्स को देखना कम करें, इनसे एक्सपोजर कम करें, अपनी फैमिली में, अपने घर वालों में पीस ढूंढें, अपने रिलेशनशिप जो हैं अपने बच्चों के साथ, अपने पेरेंट्स के साथ, अपने दोस्तों के साथ अच्छे रखें, तो चीज़ें बेहतर हो सकती हैं। क्योंकि अगर हालात व वाक़यात देखे जाएं तो दुनिया में तो कहीं भी 100% चीज़ें ठीक नहीं जा रही। जहाँ भी इंसान बसते हैं मसले मसाइल रहते हैं, लेकिन देखना ये है कि मसले मसाइल को ही हमने हाईलाइट करके उन पे परेशान होते रहना है या फिर दूसरा रुख भी तस्वीर का देखना है। जैसे वो एक गिलास है, पानी का भरा हुआ है, हमने ये देखना है कि ये पानी का गिलास आधा भरा हुआ है या आधा खाली है, ये हमारा अपना पर्सपेक्टिव है। तो हम सबको ये पर्सपेक्टिव देखने का डेवलप करना है कि पानी का आधा गिलास भरा हुआ है। हमारे पास बहुत सारी चीज़ें हैं, बहुत सारी नेमतें हैं, जैसे हमारे पास हमारे रिश्ते हैं, हमारे दोस्त अहबाब हैं, हमारे माँ बाप हैं, हमारे बहन भाई बीवी बच्चे हैं, जिनके साथ हम अगर अच्छे रिलेशंस रखें, कम्युनिकेशन रखें तो हमें पीस ऑफ माइंड मिलता है, बहुत सारे मामलात बेहतर हो जाते हैं। तो हम इंस्टेड बाहर की परेशानियों पे, मुल्की हालात पे, सियासी सिचुएशंस पे कुड़ते रहने के बजाय हम इन चीज़ों पे ज़्यादा तवज्जो दें, अपने रिलेशनशिप्स को स्ट्रेंथन करें। क्योंकि रिसर्च कहती है जो आपके क्लोज रिलेशनशिप हैं ये जितना आपको पीस और हैप्पीनेस देते हैं कोई और चीज़ नहीं देती। ताकि अगर हम इन चीज़ों पे ध्यान देंगे, हमारे रिश्ते अच्छे होंगे, हम स्ट्रॉन्ग महसूस करेंगे, स्पिरिचुअली हमारा अल्लाह से कनेक्शन अच्छा रहेगा। ये सब चीज़ें हमारे साइकोलॉजिकल वेलबीइंग के लिए ज़रूरी हैं और उसके साथ साथ स्ट्रेस और फ्रस्ट्रेशन को भी कम करती हैं। ये था आज का जुर्म अंजाम, जिसमें हमने आपको दिखाया कि एक खावंद अपनी बीवी के आशना की मदद से उसे कत्ल कर देता है, और कत्ल करने वाला आशना वो क्यों कत्ल करता है? पुलिस के खौफ से, गिरफ्तारी के खौफ से, जेल जाने के खौफ से अपनी महबूबा को कत्ल कर देता है। नए प्रोग्राम तक के लिए मुझे दीजिए इजाज़त। अल्लाह निगहबान।